ਲੇਖਕ ਸਿਮਰਨ ਕੌਰ MA, ਪ੍ਰਕਾਸ਼ਕ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ। ਸਥਾਨ: ਅਰਦਾਸ ਵਿੱਚ ਜਦੋਂ ਸਾਰੇ ਖੜੇ ਹੋ ਕੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਆਖਦੇ ਹਾਂ, ਤਾਂ ਇਹ ਗੱਲ ਉਦੋਂ ਹੀ ਸਪਸ਼ਟ ਹੋ ਜਾਂਦੀ ਹੈ ਕਿ ਸਿੱਖ ਘਰ ਵਿੱਚ ਔਰਤਾਂ ਦਾ ਸਥਾਨ ਸਵਾ ਤੇ ਕਿਸੇ ਹੱਦ ਤੱਕ ਨਿਵੇਕਲਾ ਹੈ। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਿੱਥੇ ਸਮਾਜਿਕ, ਭਾਈਚਾਰਕ ਅਤੇ ਆਰਥਿਕ ਵਿਤਕਰਿਆਂ ਵਿਰੁੱਧ ਪਹਿਲੀ ਵਾਰੀ ਵਾਰ ਉਚਾਰ ਸੁਚੇਤ ਕੀਤਾ, ਉੱਥੋਂ ਇਹ ਆਵਾਜ਼ ਵੀ ਪਹਿਲੀ ਵਾਰ ਉਠਾਈ ਕਿ ਔਰਤ ਨਾ ਨਿੰਦਨੀ ਹੈ ਤੇ ਨਾ ਹੀ ਪੁੱਜ, ਸਗੋਂ ਪ੍ਰਭੂ ਦੇ ਰਾਹ ਟੁਰਨ ਅਤੇ ਪਾਉਣ ਲਈ ਉਸ ਦੇ ਗੁਣ ਧਾਰਨੇ ਹਰ ਟੁੰਡਾਓ ਲਈ ਜ਼ਰੂਰੀ ਹਨ। ਹਿੰਦੁਸਤਾਨੀ ਸੁਭਾਅ ਵਿੱਚ ਸਖਾ, ਸਖੀ, ਸਿੱਖ ਦੇ ਤ੍ਰਿਗੜੇ ਨੂੰ ਮਹੱਤਤਾ ਦਿੱਤੀ ਜਾਂਦੀ ਹੈ। ਸਖਾ ਭਗਤੀ ਬਹੁਤ ਦੇਰ ਚਲਦੀ ਰਹੀ। ਸੁਦਾਮੇ ਦੀ ਉਦਾਹਰਣ ਉੱਤੇ ਵੀ ਮਿਸਾਲ ਜਾਂ ਅਰਜਨ ਤੇ ਕ੍ਰਿਸ਼ਨ ਦੀ ਦੋਸਤੀ ਸਭ ਪਛਾੜਦੇ ਹਨ। ਇੱਕ ਵਾਰੀ ਕ੍ਰਿਸ਼ਨ ਜੀ ਨੇ ਤਾਂ ਇੱਛਾ ਹੀ ਇਹ ਪ੍ਰਗਟਾਈ ਸੀ ਕਿ ਮੇਰੀ ਤੇ ਅਰਜਨ ਦੀ ਦੋਸਤੀ ਨਿਭ ਜਾਵੇ। ਸਖਾ ਭਗਤੀ ਬਾਅਦ ਜੇ ਹੋਰ ਕਿਸੇ ਦਾ ਹਿੰਦੁਸਤਾਨ ਵਿੱਚ ਜ਼ੋਰ ਰਿਹਾ ਤਾਂ ਸਖੀ ਤੇ ਹੈ। ਇਸ ਸਖੀ ਭਗਤ ਨੇ ਰਾਧਾ ਨੂੰ ਜਨਮ ਦਿੱਤਾ। ਇਸ਼ਕ ਮਿਜਾਜੀ ਨੇ ਇਸ਼ਕ ਹਕੀਕੀ ਦੀ ਸ਼ਕਲ ਧਾਰਨ ਕੀਤੀ। ਇਸ ਸਾਖੀ ਭਗਤੀ ਨੇ ਹਿੰਦੁਸਤਾਨ ਵਿੱਚ ਔਰਤਾਂ ਦੇ ਪੱਧਰ ਨੂੰ ਇੰਨਾ ਨੀਵਾਂ ਕਰ ਦਿੱਤਾ ਕਿ ਉਹ ਪਹਿਲਾਂ ਮੰਦਰਾਂ ਦਾ ਸ਼ਿੰਗਾਰ ਦੇਵੀ ਦਾਸੀ ਦੇ ਰੂਪ ਵਿੱਚ ਬਣੀ, ਫਿਰ ਦੇਵੀ ਦੇ ਰੂਪ ਵਿੱਚ ਪ੍ਰਗਟ ਹੋਈ। ਆਤਮਿਕ ਉਚਾਈਆਂ ਨਾ ਛੂ ਜਾਣ ਦਾ ਕਾਰਨ ਇਹ ਕੁਝ ਸਖੀ ਭਗਤੀ ਪ੍ਰਥਾ ਸੀ। ਤੀਸਰਾ ਭਗਤੀ ਦਾ ਰੂਪ ਸਿੱਖ ਚੇਲਾ ਸੀ। ਸਿੱਖ ਭਗਤੀ ਵੀ ਐਸੀ ਨਿਵਾਣ ਵੱਲ ਗਈ ਕਿ ਵਿਅਕਤੀ ਦੀ ਆਪਣੀ ਹੋਂਦ ਮੂਲ ਹੀ ਮੁੱਕ ਗਈ। ਇੱਥੇ ਮੈਂ ਕਹਿ ਦੇਣਾ ਚਾਹੁੰਦੀ ਹਾਂ ਕਿ ਪਹਿਲੀ ਗਲਤੀ ਸਾਡੇ ਆਪਣੇ ਧਰਮ ਵਿੱਚ ਇਹ ਹੋਈ ਕਿ ਸਿੱਖ ਦੇ ਅਰਥ ਕਿਸੇ ਨੇ ਸ਼ੀਸ਼ੇ ਨਾਲ ਜੋੜ ਦਿੱਤੇ, ਪਰ ਗੁਰੂ ਸਾਹਿਬਾਨ ਨੇ ਸਿੱਖ ਸ਼ਬਦ ਦਾ ਅਰਥ ਟੁੰਡਾਓ ਕਰਕੇ ਕੀਤੇ ਹਨ। ਅਰਥਾਂ ਦੇ ਅਨਰਥ ਕਰਨ ਵਾਲਿਆਂ ਨੂੰ ਗੁਰੂ ਜੀ ਨੇ ਰੋਕ ਪਾਉਂਦਿਆਂ ਸਮਝਾਇਆ, ਮੈਂ ਬੱਧੀ ਸੱਚ ਧਰਮਸਾਲ ਹਾਂ, ਗੁਰਸਿੱਖ ਲਹਿਦਾ ਪਾਲ ਕੇ। ਭਾਵ ਇਹ ਹੈ ਕਿ ਜਿਹੜਾ ਸ਼ਰਧਾਵਾਨ ਟੁੰਡਾਊ ਹੁੰਦੇ ਹਨ ਉਹ ਵਿਅਕਤੀ ਦੇ ਪਿੱਛੇ ਨਾ ਲੱਗੇ, ਉਸ ਠਿਕਾਣੇ ਦੀ ਭਾਲ ਕਰਦੇ ਹਨ ਜਿੱਥੇ ਸੱਚ ਦ੍ਰਿੜ ਹੁੰਦਾ ਹੈ। ਇਹੀ ਕਾਰਨ ਲੱਗਦਾ ਹੈ ਕਿ ਸਿੱਖ ਸਖਾ ਤੇ ਸਖੀ ਦੀਆਂ ਨਿਵਾਣਾਂ ਵੱਲ ਜਾਣ ਤੋਂ ਬਚਾਉਣ ਲਈ ਗੁਰੂ ਪਾਤਸ਼ਾਹ ਨੇ ਇੱਕ ਨਵਾਂ ਰਾਹ ਦਰਸਾਇਆ, ਜਿਸ ਵਿੱਚ ਇਹ ਕਿਹਾ ਕਿ ਇਸ ਜਗ ਮੇਂ ਪੁਰਖ ਏਕੋ ਹੈ, ਹੋਰ ਸਗਲੀ ਨਾਹੀ ਸਭਾਏ। ਭਾਵ ਕੋਈ ਮਰਦ ਹੈ ਜਾਂ ਔਰਤ, ਉਸ ਨੂੰ ਆਤਮਿਕ ਉਚਾਈ ਧਰਮ ਪਦ ਪਾਉਣ ਲਈ ਉਹ ਗੁਣ ਧਾਰਨੇ ਪੈਣਗੇ ਜੋ ਔਰਤ ਵਿੱਚ ਸੁਭਾਵਿਕ ਹੀ ਵਾਹਿਗੁਰੂ ਨੇ ਪਾਏ ਹਨ। ਉਨ੍ਹਾਂ ਗੁਣਾਂ ਦੀ ਗਿਣਤੀ ਲੰਮੇਰੀ ਹੈ, ਉਸ ਦਾ ਅੰਦਾਜ਼ਾ ਲਗਾਉਣਾ ਕੋਈ ਸਹਿਲਾ ਨਹੀਂ, ਪਰ ਫਿਰ ਵੀ ਜਦ ਔਰਤ ਨੂੰ ਪਤੀ ਸੁਲੱਖਣੀ ਕਹਿ ਬਾਣੀ ਵਿੱਚ ਸਤਕਾਰਿਆ ਗਿਆ ਹੈ ਤਾਂ ਇਹ ਨਜ਼ਰ ਮਾਰ ਲੈਣੀ ਚਾਹੀਦੀ ਹੈ ਕਿ ਕੋਈ ਕਥਾ ਨਹੀਂ ਹੋਵੇਗੀ। ਮਹਾਨ ਕੋਸ਼ ਵਿੱਚ ਇਸਤਰੀ ਬਾਰੇ 32 ਗੁਣ ਇਸ ਪ੍ਰਕਾਰ ਅੰਕਿਤ ਹਨ: ਸੁੰਦਰਤਾ, ਵਿਗਿਆਤਾ, ਸਤਯ, ਨਿਸ਼ਕਪਟਤਾ, ਸੰਯਮ, ਸੂਰਵੀਰਤਾ, ਅਸ਼ੋਧ, ਸਵੱਛਤਾ, ਪਤੀ ਭਗਤੀ, ਪ੍ਰਿਯ ਬਾਣੀ, ਏਕਤਾ, ਉਦਾਰਤਾ, ਰਾਗ, ਰਸੋਈ, ਲੱਜਾ, ਸੇਵਾ, ਪ੍ਰਸੰਨਤਾ, ਧੀਰਜ, ਗੰਭੀਰਤਾ, ਕਾਵਿ ਸਿਉਣ ਦੀ ਕਲਾ, ਚਤੁਰਾਈ, ਦਇਆ, ਨਮਰਤਾ, ਧਰਮ ਨਿਗਿਆ, ਉਦਮ, ਚਿੱਤਰ। ਪਰੋਣੇ ਦਾ ਵਿਦਿਆਗ, ਬਜ਼ੁਰਗਾਂ ਦਾ ਮਾਣ, ਸੰਤਾਨ ਦਾ ਪਾਲਣਾ, ਘਰ ਦੀਆਂ ਵਸਤੂਆਂ ਦਾ ਯਥਾਯੋਗ ਸ਼ਿੰਗਾਰਨਾ, ਘਰ ਆਏ ਪ੍ਰਾਹੁਣਿਆਂ ਦਾ ਸਨਮਾਨ। ਇਹਨਾਂ ਗੁਣਾਂ ਵਾਲਿਆਂ ਹੀ ਅਧਿਆਤਮਿਕ ਮਾਰਗ ਪੁਰ ਚੱਲਣ ਵਾਲਾ ਜੀਵ ਸੱਚ ਦੇ ਤੱਤ ਨੂੰ ਪਾ ਸਕਦੇ ਹੈ।
ਉਸ ਵਿੱਚ ਫਿਰ ਇੰਨਾ ਆਤਮਿਕ ਬਲ ਆ ਜਾਂਦਾ ਹੈ ਕਿ ਉਹ ਨਿੱਕੇ ਵੱਡੇ ਨੂੰ ਮਾਰਗ ਦਿਖਾ ਸਕਦਾ ਹੈ। ਔਰਤਾਂ ਨੂੰ ਜਿਸਮ ਜਾਂ ਆਕਾਰ ਦੇ ਰੂਪ ਵਿੱਚ ਗੁਰੂ ਸਾਹਿਬਾਨ ਨੇ ਬਿਲਕੁਲ ਹੀ ਨਹੀਂ ਡਿੱਠਾ, ਸਿਰਫ ਗੁਣਾ ਰੂਪ ਵਿੱਚ ਹੀ ਦੇਖਿਆ ਹੈ। ਪਹਿਲਾਂ ਤਾਂ ਉਹਨਾਂ ਗਲਤ ਖਿਆਲਾਂ ਤੇ ਚੋਟ ਮਾਰੀ ਹੈ ਜੋ ਕਹਿੰਦੀ ਨਹੀਂ ਸੀ ਥੱਕਦੇ ਕਿ ਇਸਤਰੀ ਮੋਖ ਨੂੰ ਪਾ ਨਹੀਂ ਸਕਦੀ। ਜੋ ਇਹ ਕਹਿੰਦੇ ਸਨ ਕਿ ਔਰਤ ਨੂੰ ਹਰ ਸਮੇਂ ਕਦੇ ਪਿਤਾ, ਫਿਰ ਪਤੀ ਤੇ ਪਿੱਛੋਂ ਪੁੱਤਰ ਦੀ ਸੁਰੱਖਿਆ ਦੀ ਲੋੜ ਹੈ, ਉਹਨਾਂ ਨੂੰ ਸਮਝਾਇਆ ਕਿ ਇਸਤਰੀ ਆਪਣੇ ਆਪ ਵਿੱਚ ਸੰਪੂਰਨ ਹੈ। ਇਹ ਦੇਵਰ ਜੇਠ ਦੋਨਾਂ ਨੂੰ ਮਤ ਦੇਣ ਜੋਗੀ ਹੈ। ਜਿਮਰ ਨੇ ਫਿਲਾਸਫੀਜ਼ ਆਫ ਇੰਡੀਆ ਦੇ ਪੰਨੇ ਤੇ ਲਿਖਿਆ ਹੈ ਕਿ ਦਿਗੰਬਰ ਜੈਨੀ ਇਹ ਖੁੱਲ੍ਹੇ ਤੌਰ ਤੇ ਪ੍ਰਚਾਰ ਕਰਦੇ ਹਨ ਕਿ ਇਸਤਰੀ ਕੇਵਲ ਰੂਪ ਪ੍ਰਭੂ ਨਾਲ ਇਕਮਿਕ ਹੋ ਕੇ ਨਹੀਂ ਰਹਿ ਸਕਦੀ। ਉਸ ਨੂੰ ਮੁੜ ਕੇ ਜਨਮ ਲੈਣਾ ਪਵੇਗਾ ਤਾਂ ਕਿਧਰੇ ਜਾ ਕੇ ਪ੍ਰਭੂ ਨੂੰ ਪਾ ਸਕਣ ਯੋਗ ਹੋ ਸਕੇਗੀ। ਯੂਨਾਨੀ ਦਾ ਫਿਲਾਸਫਰ ਅਰਸਤੂ ਔਰਤ ਨੂੰ ਇੱਕ ਨਾਮੁਮਕਿਨ ਸ਼ੈ ਆਖਦਾ ਹੈ। ਜਿੱਥੇ ਕੁਦਰਤ ਪੁਰਸ਼ ਨੂੰ ਬਣਾਉਣ ਵਿੱਚ ਰਹਿ ਗਈ, ਉੱਥੇ ਇਸਤਰੀ ਨੇ ਜਨਮ ਲੈ ਲਿਆ। ਗੀਟੇ ਵਰਗੇ ਜਰਮਨ ਸੋਚਵਾਨ ਨੇ ਬੜੇ ਜ਼ੋਰ ਨਾਲ ਇਹ ਗੱਲ ਸਾਬਤ ਕਰਨ ਦਾ ਦਾਅਵਾ ਕੀਤਾ ਕਿ ਇਸਤਰੀ ਵਿੱਚ ਰੂਹ ਨਹੀਂ ਹੁੰਦੀ। ਇੰਗਲਿਸਤਾਨ ਦੇ ਸੋਚਵਾਨ ਵੀ ਇਸਤਰੀ ਬਾਰੇ ਆਪਣੇ ਵਿਚਾਰ ਦੇਣ ਤੋਂ ਪਿੱਛੇ ਨਾ ਰਹੇ। ਚੌਸਟਰਫੀਲਡ ਦੀ ਸਮਝ ਵਿੱਚ ਔਰਤਾਂ ਬਾਬਤ ਇਹ ਗੱਲ ਆਈ ਹੈ ਕਿ ਇਸਤਰੀ ਦਾ ਹੋਣਾ ਕੁਦਰਤ ਦੀ ਇੱਕ ਮਜ਼ੇਦਾਰ ਗਲਤੀ ਹੈ। ਕੁਝ ਦਾ ਤਾਂ ਮਤ ਹੈ ਕਿ ਇਸਤਰੀ ਅੱਧੀ ਅਧੂਰੀ ਹੈ। ਇਸਲਾਮ ਵਿੱਚ ਦੋ ਔਰਤਾਂ ਦੀ ਗਵਾਹੀ ਇੱਕ ਤੇ ਤੁਲ ਹੈ। ਔਰਤਾਂ ਦਾ ਵਿਕਾਸ ਹੋ ਹੀ ਨਹੀਂ ਸਕਿਆ। ਬੁੱਧ ਧਰਮ ਵਿੱਚ ਨਾਰੀ ਭਿਕਸ਼ੂ ਨਰ ਨਾਲੋਂ ਉਚੇਰੀ ਨਹੀਂ ਸਮਝੀ ਜਾਂਦੀ। ਇੱਥੇ ਤੱਕ ਲਿਖਿਆ ਹੈ ਕਿ ਜੇ ਔਰਤ ਨਦੀ ਵਿੱਚ ਗੋਤੇ ਖਾ ਰਹੀ ਹੈ ਤਾਂ ਨਰ ਭਿਕਸ਼ੂ ਉਸਨੂੰ ਬਚਾਉਣ ਦਾ ਹੀਲਾ ਤੱਕ ਨਾ ਕਰੇ, ਭਾਵੇਂ ਗੋਤੇ ਖਾਂਦੀ ਉਸਦੀ ਮਾਂ ਹੀ ਕਿਉਂ ਨਾ ਹੋਵੇ। ਰਾਮਾਨੁਜ ਤੇ ਸ਼ੰਕਰ ਦੇਵ ਇਸਤਰੀ ਨੂੰ ਵੈਸ਼ਨਵ ਧਰਮ ਵਿੱਚ ਦਾਖਲ ਹੀ ਨਹੀਂ ਸਨ ਕਰਦੇ। ਹੋਰ ਕੀ ਕਹਿੰਦੇ ਹੋ, ਔਰਤ ਦੁਨੀਆ ਭਰ ਦੀ ਭੱਜੀ ਸ਼ੈ ਹੈ। ਉਸਦੀ ਤੱਕਣੀ ਰਿਸ਼ੀ ਤੱਕ ਦਾ ਦਿਲ ਮਚਲ ਦਿੰਦੀ ਹੈ, ਆਬਾਦਤ ਨਸ਼ਟ ਕਰ ਦਿੰਦੀ ਹੈ। ਈਸਾਈਆਂ ਵਿੱਚ ਤਾਂ ਇਸਤਰੀ ਹੁਣ ਤੱਕ ਪਾਦਰੀ ਨਹੀਂ ਹੋ ਸਕੀ। ਗੁਰੂ ਨਾਨਕ ਦੇਵ ਜੀ ਨੇ ਐਸੀਆਂ ਨੂੰ ਕਿਹਾ, ਭਲੇ ਲੋਕੋ, ਇਹ ਤਾਂ ਦੱਸੋ ਕਿ ਤੁਸੀਂ ਰਾਜੇ ਨੂੰ ਤਾਂ ਨਹਿ ਕਲੰਕੀ ਕਹਿੰਦੇ ਹੋ, ਪਰ ਰਾਜੇ ਦੀ ਜਨਾਨੀ ਨੂੰ ਕਲੰਕਣੀ। ਇਸ ਦੋਹਰੇ ਮਾਪ ਤੁਹਾਡੀ ਮਲੀਨ ਸੋਚਣੀ ਕਰਕੇ ਬਣਿਆ ਹੈ। ਸੋ ਕਿਉ ਮੰਦਾ ਆਖੀਏ, ਜਿਤ ਜੰਮੇ ਰਾਜਾਨ। ਗੁਰੂ ਗ੍ਰੰਥ ਸਾਹਿਬ ਪੜ੍ਹਨ ਵਾਲਾ ਕਦੀ ਉਹਨਾਂ ਸੰਬੋਧਨਾਂ ਨੂੰ ਪੜ੍ਹੇ ਜੋ ਗੁਰੂ ਸਾਹਿਬਾਨ ਨੇ ਔਰਤਾਂ ਨੂੰ ਉਚਿਆਰਨ ਵਾਸਤੇ ਕਹੇ, ਤਾਂ ਉਸਨੂੰ ਔਰਤ ਦੀ ਸਿੱਖ ਘਰ ਵਿੱਚ ਪਦਵੀ ਦਾ ਪਤਾ ਲੱਗ ਜਾਵੇਗਾ। ਭਗਤ ਨਾਮਦੇਵ ਦਾ ਆਪਣੀ ਪਤਨੀ ਨੂੰ ਕਰ ਗਹਿਣ ਕਹਿਣਾ, ਗੁਰੂ ਨਾਨਕ ਸਾਹਿਬ ਦਾ ਪਾਰ ਜਾਤੂ ਕਰ ਆਂਗਨ ਮੇਰੇ ਬੁਲਾਉਣਾ, ਬਲਵੰਡ ਜੀ ਦਾ ਰਾਮਕਲੀ ਦੀ ਵਾਰ ਵਿੱਚ ਮਾਤਾ ਥੀਵੀ ਨੂੰ ਨੇਕ ਜਨ ਆਖਣਾ, ਇਸ ਪਾਸੇ ਦੀਆਂ ਖਾਸ ਉਦਾਹਰਣਾਂ ਹਨ। ਜਿਸ ਵੇਲੇ ਔਰਤ ਆਪਣੇ ਦਰਜੇ ਤੋਂ ਹੇਠਾਂ ਗਿਰਦੀ ਹੈ ਤਾਂ ਉਸ ਵੇਲੇ ਦੇ ਕਿੱਤੇ ਸੰਬੋਧਨ ਵੀ ਦੱਸਦੇ ਹਨ ਕਿ ਗੁਰੂ ਮਹਾਰਾਜ ਇਸ ਨੂੰ ਉੱਚੇ ਦਰਜੇ ਤੋਂ ਡਿੱਗ ਕੇ ਦੇਖ ਕੇ ਕਿਤਨੇ ਪਰੇਸ਼ਾਨ ਹੁੰਦੇ ਹਨ। ਕੁਚੱਜੀ, ਗਰਭ ਗਹਲੇੜੀ, ਮੋਈਏ, ਹਰਣਖੀਏ ਦੇ ਉਦਾਹਰਣ ਇਸ ਪਾਸੇ ਦੇ ਕੁਝ ਕੁ ਸੰਕੇਤ ਹਨ। ਇੱਕ ਥਾਂ ਤਾਂ ਕਹਿੰਦੇ ਹਨ ਕਿ ਮੇਰੇ ਕੋਲੋਂ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਕੋਈ ਨਾਰ ਬਣੇ ਔਰਤ ਹੋ ਕੇ ਅਣ-ਔਰਤ ਵਾਲੇ ਕੰਮ ਕਰੇ। ਪਦਵੀ ਮਿਥਣ ਵੇਲੇ ਇੱਕ ਗੱਲ ਦਾ ਹੋਰ ਚੇਤਾ ਰੱਖਣਾ ਪਵੇਗਾ ਕਿ ਸਾਰੇ ਸਮਾਜਿਕ ਰਿਸ਼ਤਿਆਂ ਦਾ ਸਰੋਤ ਗੁਰੂ ਨਾਨਕ ਸਾਹਿਬ ਔਰਤ ਨੂੰ ਹੀ ਮੰਨਦੇ ਹਨ।
ਬੜੇ ਧਿਆਨ ਨਾਲ ਆਸਾ ਦੀ ਵਾਰ ਦੀ ਉਹ ਪੌੜੀ ਪੜ੍ਹਨ ਵਾਲੀ ਹੈ ਜਿਸ ਵਿੱਚ ਫਰਮਾਉਂਦੇ ਹਨ ਕਿ ਐਸੇ ਔਰਤ ਭਾਂਡੇ ਤੋਂ ਉਪਜਿਆ ਮਰਦ ਐਸੇ ਭਾਂਡੇ ਵਿੱਚ ਹੀ ਨਿੰਮਿਆ। ਮਰਦ ਨਾਲ ਐਸੇ ਦੀ ਮੰਗਣੀ ਹੋਈ ਤੇ ਫਿਰ ਵਿਆਹ ਹੋਇਆ। ਸਮਾਜ ਵਿੱਚ ਵਿਚਾਰਨ ਦਾ ਵੱਲ ਇਸੇ ਨੇ ਸਿਖਾਇਆ ਤੇ ਨਵੀਂ ਪੀੜ੍ਹੀ ਨੇ ਇਸੇ ਤੋਂ ਹੀ ਸਿੱਖਿਆ ਲਈ। ਔਰਤ ਕਰਕੇ ਹੀ ਤਾਂ ਮਰਦ ਸਮਾਜਧਾਰੀ ਹੁੰਦਾ ਹੈ। ਕਿਉਂ ਨਿੰਦਦੇ ਹੋ ਉਸ ਨੂੰ ਜਿਸ ਤੋਂ ਉਹ ਰਾਜਾ ਪੈਦਾ ਹੋਇਆ, ਜਿਸ ਨੂੰ ਤੁਸੀਂ ਨੇਕਲੰਕੀ ਕਹਿੰਦੇ ਹੋ। ਪੰਡ ਜੰਮੀਏ ਪੰਡ ਨਿੰਮੀਏ ਪੰਡੋ ਮੰਗੇ ਵਿਆਓ, ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਓ। ਪੰਡ ਮੂਆ ਪੰਡ ਪਾਲੀਏ ਪੰਡੋ ਹੋਵੇ ਬੰਧਨ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਸ਼ਾਇਦ ਇਸੇ ਲਈ ਉਹ ਜਦ ਔਰਤ ਨੂੰ ਅਣ-ਔਰਤ, ਕੁਚੱਜੀ, ਕੁਨਾਰ ਜਾਂ ਦੁਹਾਗਣੀ ਕਰਮ ਕਰਦੇ ਹੋਏ ਦੇਖਦੇ ਹਨ ਤਾਂ ਬੜੇ ਹੀ ਚਿੰਤਾਤਾਰੂ ਹੋ ਜਾਂਦੇ ਹਨ। ਉਸੇ ਵੇਲੇ ਉਸਨੂੰ ਔਰਤ ਨਹੀਂ ਕਹਿੰਦੇ, ਰਨ ਕਹਿੰਦੇ ਹਨ, ਕਿਉਂਕਿ ਔਰਤ ਤਾਂ ਉਹ ਹੈ ਜਿਸ ਵਿੱਚ ਚੱਜ ਹੈ, ਆਚਾਰ ਹੈ, ਸੱਚ ਹੈ, ਆਤਮਿਕ ਹੁਲਾਰਾ ਦੇਣ ਦੀ ਸ਼ਕਤੀ ਹੈ, ਸਮੁਖ ਹੈ, ਪਕੜ ਨਹੀਂ, ਪਦਾਰਥਾਂ ਦਾ ਧਿਆਨ ਨਹੀਂ, ਪਦਾਰਥਵਾਦੀ ਨਹੀਂ। ਜੋ ਨਿਰੋਲ ਪਦਾਰਥਾਂ ਵੱਲ ਦੇਖਣ ਲੱਗ ਪਵੇ ਜਾਂ ਸਿਰਫ ਬੌਧਿਕ ਪੱਧਰ ਤੇ ਹੀ ਰਹਿ ਜਾਵੇ ਤਾਂ ਉਸ ਦੇ ਨੇੜੇ ਰਹਿਣ ਵਾਲਾ ਪੁਰਖ ਸਿਆਦ ਬਣ ਜਾਵੇਗਾ। ਨਿਰਾ ਸਿਆਦ ਨਹੀਂ ਸਗੋਂ ਜਿਨ੍ਹਾਂ ਸਹਾਰੇ ਸਮਾਜ ਖੜਾ ਹੋਇਆ ਹੈ ਉਹ ਸਾਰਾ ਢਾਂਚਾ ਹੀ ਖੇਰੂ ਖੇਰੂ ਹੋ ਜਾਵੇਗਾ। ਸੀਲ, ਸੱਚ, ਸੰਜਮ ਤੇ ਸੱਚੇ ਸਾਰੇ ਹੀ ਗ੍ਰਹਿ ਵਿੱਚੋਂ ਨਿਕਲ ਜਾਣਗੇ ਅਤੇ ਜ਼ਿੰਦਗੀ ਜਿਉਣ ਜੋਗੀ ਨਹੀਂ ਰਹੇਗੀ। ਰਨ ਹੋਇਆ ਬੋਧਿਆ, ਪੁਰਸ ਹੋਏ ਸਿਆਦ, ਸੀਲ ਸੰਜਮ ਸੱਚ ਪਨੀ, ਖਾਣਾ ਖਾਜ ਅਹਾਜ। ਸ਼ਰਮ ਗਾਇਆ ਕਰ ਆਪਣੇ, ਪਤ ਉੱਠ ਚੱਲੇ ਨਾਲ। ਔਰਤ ਨੂੰ ਗੁਰੂ ਪਾਤਸ਼ਾਹ ਨੇ ਜਿਸ ਵੇਲੇ ਮਾਂ, ਭੈਣ, ਪਤਨੀ ਤੇ ਧੀ ਦੇ ਰਿਸ਼ਤਿਆਂ ਵਿੱਚ ਵੇਖਿਆ ਹੈ, ਤਦ ਵੀ ਇਸ ਨੂੰ ਕਿਸੇ ਨੇ ਨਿਭਰਨ ਹੋ ਕੇ ਨਹੀਂ ਵੇਖਿਆ, ਸਗੋਂ ਇਸ ਦਾ ਆਪਣਾ ਨਿਵੇਕਲਾ ਸਟੇਟਸ ਦਰਸਾਇਆ ਹੈ। ਗੁਰੂ ਬਿਲਾਸ ਪਾਤਸ਼ਾਹੀ 6ਵੀਂ ਵਿੱਚ ਸਾਖੀ ਹੈ ਕਿ ਜਦ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਤਾਂ ਮਾਤਾ ਗੰਗਾ ਜੀ ਨੇ ਅਸੀਸ ਦਿੰਦੇ ਗੁਰੂ ਹਰਗੋਬਿੰਦ ਜੀ ਨੂੰ ਕਿਹਾ, ਜੋੜੀ ਰਲੇ। ਤਾਂ ਉਸ ਵੇਲੇ ਮੀਰੀ ਪੀਰੀ ਦੇ ਮਾਲਕ ਨੇ ਕਿਹਾ, ਮਾਂ, ਬੇਟੇ ਤਾਂ 5 ਹੋਣਗੇ, ਪਰ ਅਸੀਸ ਦੇਣੀ ਹੈ ਤਾਂ ਇਹ ਦਿਓ ਕਿ ਸੀਲ ਖਾਨ ਕੰਨਿਆ ਇੱਕੋ ਹੋਵੇ, ਨਹੀਂ ਤਾਂ ਮਾਂ ਗ੍ਰਹਿਸਥ ਵਿਰੋਵੇ। ਇੱਥੋਂ ਪ੍ਰਤੀਤ ਹੋਇਆ ਕਿ ਲੜਕੀ ਅਥਵਾ ਧੀ ਦਾ ਰੋਲ ਸਾਡੇ ਘਰ ਕੀ ਹੈ। ਜਿਸ ਘਰ ਬੱਚੀ ਨਹੀਂ, ਉੱਥੇ ਨਾ ਕਲਚਰ ਹੈ, ਨਾ ਸੱਭਿਅਤਾ, ਸਹਿਜ ਸੰਵਾਦ, ਐਸਥੈਟਿਕ ਸੈਂਸ ਤਾਂ ਹੋ ਹੀ ਨਹੀਂ ਸਕਦਾ। ਖਾਓ ਖਾਓ ਕਰਦਾ ਰਹੇਗਾ, ਨਜ਼ਰ ਵੀ ਗਿੱਧ ਵਾਲੀ ਹੋ ਜਾਵੇਗੀ। ਪਰ ਬੇਟੀ ਬਾਬਲ ਦੇ ਘਰ ਜੋ ਖੁੱਲ੍ਹ ਮਹਿਸੂਸ ਕਰਦੀ ਹੈ, ਉਸਦਾ ਵੀ ਕੋਈ ਅੰਤ ਨਹੀਂ। ਬਾਬੁਲ ਕੇ ਘਰ ਬੇਟੜੀ ਬਾਲੀ ਬਾਲੇ ਨਹੀਂ। ਗੁਰਬਾਣੀ ਵਿੱਚ ਮਤੀ ਮਾਤਾ ਪਿਤਾ ਸੰਤੋਖ ਕਹਿ ਜਾਣ ਦਾ ਭਾਵ ਵੀ ਇਹ ਹੀ ਸੀ ਕਿ ਸਿੱਖਿਆ ਦਾਤੀ ਕੇਵਲ ਮਾਂ ਹੀ ਹੋ ਸਕਦੀ ਹੈ। ਜੇ ਬਾਪ ਦਖਲ ਦੇਣ ਲੱਗ ਪਿਆ, ਟੋਕਣ ਰੋਕਣ ਲੱਗ ਪਿਆ ਅਤੇ ਖਾਸ ਕਰਕੇ ਜਦ ਮਾਂ ਸਮਝ ਰਹੀ ਹੋਵੇ ਤਾਂ ਵੀ ਬੋਲਣ ਲੱਗ ਪਿਆ ਤਾਂ ਵੀ ਬੱਚੇ ਦੀ ਕਾਢਤ ਨਹੀਂ ਕੱਢੀ ਜਾ ਸਕੇਗੀ। ਪਿਤਾ ਨੇ ਸੰਤੋਖ ਰੱਖਣਾ ਹੈ, ਮਾਤਾ ਦਾ ਤਹਤ ਮਹਤ ਹੈ। ਜਿਵੇਂ ਧਰਤੀ ਦੇਂਦੀ ਥੱਕਦੀ ਨਹੀਂ, ਖਿਮਾਸ਼ੀਲ ਹੈ, ਤਿਵੇਂ ਮਾਂ ਕੋਲੋਂ ਸਭ ਕੁਝ ਲਿਆ ਜਾ ਸਕਦਾ ਹੈ ਜੇ ਮਾਂ ਦਾ ਸਤਿਕਾਰ ਕੀਤਾ ਜਾਵੇ। ਮਾਂ ਨੂੰ ਹੀ ਸਮਝ ਹੈ ਕਿ ਕਿਹੜੀ ਗੱਲ ਕਿਸ ਵੇਲੇ ਕਹਿਣੀ ਹੈ। ਮਾਂ ਦੀ ਤਾਂ ਅਸੀਸ ਵਿੱਚ ਜਿੱਥੇ ਭਾਵਨਾ ਹੈ ਉੱਥੇ ਭਾਵ ਵੀ ਹੈ। ਉਹ ਅਸੀਸ ਪੜ੍ਹਨ ਨਾਲ ਸੰਬੰਧ ਰੱਖਦੀ ਹੈ ਜੋ ਮਾਤਾ ਭਾਨੀ ਨੇ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ। ਪੂਤਾ ਮਾਤਾ ਕੀ ਅਸੀਸ, ਨਿਮਕ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼।
ਇਸੇ ਤਰ੍ਹਾਂ ਜਦ ਭੈਣ ਦੇ ਰੂਪ ਵਿੱਚ ਤੱਕਿਆ ਹੈ ਤਾਂ ਉਸ ਨੂੰ ਬਿਰਹੋ ਰੂਪ ਵਿੱਚ ਪ੍ਰਗਟਾਇਆ ਹੈ। ਕਿਤਨੀ ਖਿੱਚ ਹੁੰਦੀ ਹੈ ਭੈਣ ਭਰਾ ਲਈ। ਉਹ ਗੁਰੂ ਨਾਨਕ ਸਾਹਿਬ ਦੀ ਇਸ ਤੁਕ ਤੋਂ ਪ੍ਰਗਟ ਹੈ ਜਿਸ ਵਿੱਚ ਆਤਮਾ ਦੇ ਬਦਨ ਦੇ ਰਿਸ਼ਤੇ ਨੂੰ ਭੈਣ ਭਰਾ ਦੇ ਨਾਤੇ ਨਾਲ ਪ੍ਰਗਟਾਉਂਦੇ ਹਨ। ਕਹਿੰਦੇ ਹਨ ਕਿ ਜਦ ਆਤਮਾ ਵੀਰ ਉੱਡ ਜਾਂਦੀ ਹੈ ਤਾਂ ਦੇਹੀ ਵੀਰਾ ਵੀਰਾ ਪੁਕਾਰਦੀ ਹੈ। ਕਿਉਂ? ਵੀਰ ਉਸ ਅੰਦਰ ਸੀ। ਕਿਤਨੀ ਚੋਟ ਲੱਗਦੀ ਸੋ ਕਿ ਦੇਹੀ ਉਤਨੀ ਦੇਰ ਤੱਕ ਆਰਾਮ ਮਹਿਸੂਸ ਨਹੀਂ ਕਰਦੀ ਜਦੋਂ ਤੱਕ ਉਸਨੂੰ ਜਲਾ ਦਫਨਾ ਮਾਰ ਨਾ ਦਿੱਤਾ ਜਾਵੇ। ਬੀਰਾ ਬੀਰਾ ਕਹਿ ਰਹੀ ਬੀਰ ਪਏ ਪਰਾਏ, ਬੀਰ ਚਲੇ ਕਰ ਆਪਣੇ ਭੈਣ ਬਿਰਹਾ ਜਲ ਜਾਏ। ਪਤਨੀ ਦੀ ਪਦਵੀ ਸਿੱਖ ਘਰ ਵਿੱਚ ਦਰਸਾਉਂਦੇ ਗੁਰੂ ਜੀ ਕਹਿੰਦੇ ਹਨ ਕਿ ਉਹ ਪੁਰਸ਼ ਕਾਮ ਦਾ ਮਾਰਿਆ ਪੱਛੂ ਹੈ ਜੋ ਆਪਣੀ ਪਤਨੀ ਛੱਡ ਬਹੁ ਨਾਰੀ ਵੱਲ ਝਾਕਦਾ ਹੈ। ਏਕਾ ਨਾਰੀ ਜਤੀ ਨਾ ਹੋਣ ਦੇ ਹੀ ਇਤਨੇ ਭਿਆਨਕ ਸਟੇਟਸ ਦੇ ਮਾਰੂ ਰੋਗ ਵਜੋਂ ਨਿਕਲਦੇ ਹਨ। ਕਿਆ ਗਲਾਉ ਪੱਛੂ ਪਰ ਵੇਲੀ ਨਾ ਜਿਹੋ ਕੰਤ ਤੋਂ, ਨਾਨਕ ਫੁੱਲਾਸਨ ਦੀ ਵਾੜੇ ਖਿੜਿਆ ਹੋ ਸੰਸਾਰ ਕੋ। ਗੁਰੂ ਜੀ ਨੇ ਵਰਜਿਆ ਕਿ ਅੰਸ਼ ਕਾਰਨ ਵਾਲਾ ਜੀਵਨ ਨਹੀਂ ਗੁਜ਼ਾਰਨਾ। ਕੱਪੜੇ ਲੱਤੇ ਪਦਾਰਥ ਇਕੱਠੇ ਕਰਨੇ ਨਾਰੀ ਜੀਵਨ ਨਹੀਂ। ਜਗਤ ਜਾਂ ਨਾਰੀ ਤੋਂ ਭੱਜਦਾ ਸੀ ਜਾਂ ਨਾਰੀ ਪਿੱਛੇ ਲੱਗਾ ਹੋਇਆ ਸੀ। ਸੋ ਗੁਰੂ ਪਾਤਸ਼ਾਹ ਨੇ ਨਵਾਂ ਰਾਹ ਦਰਸਾਇਆ ਕਿ ਔਰਤ ਕਿਸੇ ਪੱਖੋਂ ਨੀਵੀਂ ਨਹੀਂ, ਬਰਾਬਰ ਦੀ ਭਾਈਵਾਲ ਹੈ। ਜੇ ਇਤਨੀ ਵੱਡੀ ਪਦਵੀ ਉਸ ਨੂੰ ਗੁਰੂ ਸਾਹਿਬਾਨ ਨੇ ਦਿੱਤੀ ਤਾਂ ਸਿੱਖ ਘਰ ਵਿੱਚ ਆਪਣਾ ਰੋਲ ਨਿਭਾਉਣ ਵਿੱਚ ਵੀ ਔਰਤ ਦੇ ਦਿਲ ਸੰਕੋਚ ਨਹੀਂ ਕੀਤਾ। ਪਹਿਲਾਂ ਮਾਤਾ ਤ੍ਰਿਪਤਾ ਵੱਲ ਹੀ ਦੇਖੋ। ਗੁਰੂ ਨਾਨਕ ਵਰਗੇ ਪੈਗੰਬਰ ਨੂੰ ਉਸ ਗੋਦ ਵਿੱਚ ਪਾ ਜੋ ਅਨੁਭਵ ਕੀਤਾ ਉਸ ਦਾ ਅੰਦਾਜ਼ਾ ਕੋਈ ਦੂਜਾ ਨਹੀਂ ਲਗਾ ਸਕਦਾ। ਜਿਤਨੇ ਵੀ ਪੈਗੰਬਰ ਇਸ ਧਰਤੀ ਤੇ ਆਏ ਸੁਣਦੇ ਹਨ ਉਹਨਾਂ ਦੀਆਂ ਮਾਵਾਂ ਇਸੇ ਖੁਸ਼ੀ ਤੋਂ ਵੰਜੀਆਂ ਹੀ ਰਹੀਆਂ। ਮਾਤਾ ਦੇਵਕੀ ਕ੍ਰਿਸ਼ਨ ਜੀ ਦੀ ਜਨਨੀ ਜ਼ਰੂਰ ਸੀ ਪਰ ਜੇਲ੍ਹ ਵਿੱਚ ਪਏ ਹੋਣ ਕਾਰਨ ਗੋਦ ਦਾ ਸੁੱਖ ਨਾ ਮਾਣ ਸਕੀ। ਸਿਮਕਦੀ ਤੇ ਤਰਸਦੀ ਰਹੀ। ਮਾਂ ਦੇ ਪਿਆਰ ਤੋਂ ਕ੍ਰਿਸ਼ਨ ਵੀ ਵਾਂਝੇ ਰਹੇ ਤੇ ਪੁੱਤ ਪਿਆਰ ਤੋਂ ਮਾਂ। ਹਜ਼ਰਤ ਈਸਾ ਮਰੀਅਮ ਦੀ ਕੁਆਰੀ ਕੁੱਖ ਵਿੱਚ ਆਏ ਜੋ ਉਹਨੇ ਮਹਿਣੇ ਸਰਿਅਮ ਨੂੰ ਸਹਾਰਨੇ ਪਏ ਉਹ ਹੀ ਜਾਣਦੀ ਹੋਵੇਗੀ। ਬੁੱਧ ਦੀ ਮਾਂ ਜਨਮ ਦਿੰਦੇ ਸਾਰ ਹੀ ਚੜ੍ਹਾਈ ਕਰ ਗਈ। ਮਾਸੀ ਕੋਲ ਪੱਲੇ ਉਹ ਵਿਚਾਰੀ ਤਾਂ ਸਿਰਫ ਸੁਪਨਿਆਂ ਦਾ ਸੁਆਦ ਹੀ ਲੈਂਦੀ ਰਹੀ। ਮਹਾਵੀਰ ਜੀ ਤਾਂ ਮਾਂ ਤਰਸੋਲਾ ਨੂੰ ਚਾਹੁੰਦੇ ਸੁਪਨੇ ਆਏ। ਹਰ ਸੁਪਨਾ ਆਉਂਦਾ ਤੇ ਤਰਸੋਲਾ ਨੂੰ ਕਾਮ ਛਿੜ ਜਾਂਦੀ ਸੀ। ਸੁਪਨਿਆਂ ਦਾ ਵੇਰਵਾ ਦੇਂਦੀ ਡਰ ਜਾਂਦੀ ਸੀ। ਕਦੀ ਸਫੇਦ ਹਾਥੀ, ਕਦੇ ਚਿੱਟਾ ਦੰਦ, ਕਦੇ ਲਕਸ਼ਮੀ ਦੇਵ, ਕਦੇ ਫੁੱਲਾਂ ਦਾ ਹਾਰ ਗਲ ਦਿਸ ਸੋ, ਕਦੇ ਚੰਨ ਚੜ੍ਹੇ, ਕਦੇ ਸੂਰਜ ਤਾਰੇ, ਕਦੇ ਝੰਡਾ ਝੂਲੇ, ਕਦੇ ਕਲਸ਼ ਚਮਕੇ, ਕਦੇ ਸਰੋਵਰ ਕਮਲਾਂ ਫੁੱਲਾਂ ਨਾਲ ਭਰਿਆ ਦਿਸੇ, ਕਦੇ ਡੂੰਘੇ ਸਾਗਰਾਂ ਦੀਆਂ ਛਾਲਾਂ ਦਿਸਣ, ਕਦੇ ਹਵਾਈ ਜਹਾਜ਼ ਉੱਡਦੇ ਨਜ਼ਰੀ ਆਉਣ, ਕਦੇ ਰਤਨਾਂ ਦਾ ਖਜ਼ਾਨਾ ਖਿਲਰਿਆ ਅਤੇ ਅਗਰਬੱਤੀਆਂ ਦੀ ਖੁਸ਼ਬੂ ਬੇਗਾਰ ਪਈ ਤੋਂ ਮਿਲਦੀ ਮਹਿਸੂਸ ਕਰੇ। ਪਰ ਧੰਨਾ ਮਾਤਾ ਤ੍ਰਿਪਤਾ ਸੀ। ਨਾਰਾਇਣ ਕਲਤਾਰ ਨੂੰ ਗੋਦ ਵਿੱਚ ਪਾ ਕੇ ਸਮੁੱਚੀ ਰਹੀ। ਪ੍ਰਭੂ ਨੂੰ ਯਾਦ ਕਰਦੀ ਰਹਿੰਦੀ। ਕੋਈ ਮਾਂ ਵੀ ਇੰਨੇ ਵੱਡੇ ਹਿਰਦੇ ਵਾਲੀ ਨਹੀਂ ਸੀ ਜੋ ਇਹਨਾਂ ਮਹਾਨ ਆਤਮਾਵਾਂ ਨੂੰ ਸਧਾਰਨ ਤਰੀਕੇ ਨਾਲ ਪਾਲ ਸਕੀ ਹੋਵੇ। ਕੇਵਲ ਤ੍ਰਿਪਤਾ ਹੀ ਐਸੀ ਮਾਤਾ ਸੀ ਜਿਸ ਜਨਮ ਦੇ ਕੇ ਬੱਚੇ ਦੀ ਖੁਸ਼ੀ ਵੀ ਮਾਣੀ, ਪਾਲਿਆ ਵੀ, ਪੋਸਿਆ ਵੀ ਅਤੇ ਲਾਡ ਵੀ ਲਡਾਏ। ਮਾਤਾ ਤ੍ਰਿਪਤਾ ਨੇ ਸਾਨੂੰ ਦਰਸਾ ਦਿੱਤਾ ਕਿ ਮਾਤਾ ਦਾ ਕੀ ਰੋਲ ਹੈ। ਜੇਕਰ ਗੁਰੂ ਨਾਨਕ ਵਰਗਾ ਬਾਲਕ ਵੀ ਜਨਮੇ, ਅੰਦਾਜ਼ੇ ਲਗਾਉਣੇ ਬੜੇ ਆਸਾਨ ਹਨ ਕਿ ਪਿਤਾ ਦੇ ਕ੍ਰੋਧ ਤੋਂ ਕਿਵੇਂ ਬੁੱਕਲ ਵਿੱਚ ਲੈ ਪਹੁੰਚਾਉਂਦੇ ਹੋਣਗੇ।
ਜੋ ਵਾਰਤਾਲਾਪ ਮਾਂ ਪੁੱਤ ਦੇ ਆਖਰ ਤੇ ਹੋਇਆ ਉਸ ਦਾ ਵਰਣਨ ਬਹੁਤ ਜ਼ਰੂਰੀ ਹੈ। ਗੁਰੂ ਨਾਨਕ ਦੇਵ ਜੀ ਨੇ ਜਦ ਚਰਨੀ ਹੱਥ ਲਾਇਆ ਤਾਂ ਮਾਂ ਨੇ ਜੱਫੀ ਵਿੱਚ ਲੈ ਲਿਆ। ਸਭ ਪਿਆਸ ਬੁਝ ਗਈ। ਗੁਰੂ ਨਾਨਕ ਜੀ ਨੇ ਕਿਹਾ, ਮਾਂ, ਜਗਤ ਸੁਪਨੇ ਨਿਆਈ ਹੈ, ਪਕੜ ਨਹੀਂ ਰੱਖਦਾ। ਪਉ ਭਗਤ ਜਿਨ੍ਹਾਂ ਦੇ ਹਿਰਦੇ ਹੈ, ਉਹ ਫਿਰ ਜਨਮ ਤੋਂ ਰਹਿਤ ਹੋ ਜਾਂਦੇ ਹਨ। ਮਾਤਾ ਜੀ ਨੇ ਸਹਿਜੇ ਕਿਹਾ, ਮਾਂ ਜਦ ਗਹਿਣਾ ਖਰੀਦਦੇ ਜਾਓ ਤਾਂ ਸੁਨਿਆਰ ਸੋਨੇ ਵੱਲ ਧਿਆਨ ਨਹੀਂ ਜਾਣਾ ਦਿੰਦਾ। ਨਮੂਨੇ ਕਾੜਤ ਦੀ ਗੱਲ ਕਰਦਾ ਹੈ, ਪਰ ਜਦ ਵੇਚਣ ਜਾਓ ਤਾਂ ਕਹਿੰਦਾ ਹੈ ਕਿ ਨਮੂਨੇ ਦਾ ਕਾਹਦਾ ਮੁੱਲ? ਮੁੱਲ ਤਾਂ ਕੇਵਲ ਸੋਨੇ ਦਾ ਹੈ। ਸੋ ਪ੍ਰਭੂ ਦੇ ਦਰ ਕਰਨੀ ਦੀ ਪਰਖੀ ਜਾਣੀ ਹੈ। ਤੁਸਾਂ ਬੜਾ ਸਵੱਛ ਜੀਵਨ ਜੀਵਿਆ ਹੈ। ਜਿਸ ਉੱਚੇ ਆਤਮਕ ਅਵਸਥਾ ਨੂੰ ਮਾਤਾ ਜੀ ਪੁੱਜੇ ਹੋਏ ਸਨ, ਉਸ ਦੀ ਉਦਾਹਰਣ ਸੂਰਜ ਪ੍ਰਕਾਸ਼ ਨੇ ਦਿੱਤੀ ਹੈ ਕਿ ਇੰਜ ਪ੍ਰਾਣ ਤਿਆਗੇ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਸੁੱਟਦੇ ਹੈ ਅਤੇ ਸੌਖੇ ਸਹਿਜੇ ਜਿਵੇਂ ਜਲ ਵਿੱਚ ਜਲ ਸਮਾ ਜਾਂਦਾ ਹੈ। ਗੱਲਾਂ ਬਾਤਾਂ ਕਰਦੇ ਹੀ ਸਮਾ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਹੈ ਕਿ ਤਾਤਾ ਮਾਤਾ ਨੇ ਜਿਵੇਂ ਮੈਨੂੰ ਭਾਂਤ-ਭਾਂਤ ਦੀ ਸਿੱਖਿਆ ਦਿੱਤੀ ਅਤੇ ਤਰ੍ਹਾਂ-ਤਰ੍ਹਾਂ ਦੀ ਰੱਖਿਆ ਕੀਤੀ, ਉਹ ਵਰਣਨਯੋਗ ਹੈ। ਇਹ ਇਤਿਹਾਸਿਕ ਸੱਚਾਈ ਹੈ ਕਿ ਪਹਿਲੇ 7 ਸਾਲ ਨਿਰੋਲ ਉਹਨਾਂ ਮਾਤਾ ਗੁਜਰੀ ਪਾਸੋਂ ਪਟਨਾ ਸਾਹਿਬ ਵਿੱਚ ਗੁਜ਼ਾਰੇ। ਬੇਬੇ ਨਾਨਕੀ ਦੇ ਰੂਪ ਵਿੱਚ ਭੈਣ ਦਾ ਰੋਲ ਸਾਡੇ ਘਰ ਉਜਾਗਰ ਹੁੰਦਾ ਹੈ। ਭੈਣ ਜ਼ਰੂਰ ਭਾਵੁਕ ਹੁੰਦੀ ਹੈ, ਪਰ ਨਾਲ ਭਾਵਨਾ ਹੋਵੇ, ਅਨੁਭਵ ਹੋਵੇ ਤਾਂ ਹੀ ਕਿਤਨਾ ਕੁਝ ਸਵਾਰ ਦਿੰਦੀ ਹੈ। ਉਸ ਦਾ ਅਨੁਮਾਨ ਬੇਬੇ ਨਾਨਕੀ ਦਾ ਕਰਤੱਵ ਤੋਂ ਲੰਘਾਈ ਜਾ ਸਕਦਾ ਹੈ। ਨਾਨਕੀ ਗੁਰੂ ਨਾਨਕ ਦੇਵ ਜੀ ਨਾਲੋਂ ਉਮਰ ਵਿੱਚ 5 ਸਾਲ ਵੱਡੀ ਸੀ। ਸਭ ਤੋਂ ਪਹਿਲਾਂ ਨਾਨਕੀ ਜੀ ਨੇ ਹੀ ਗੁਰਮਤਿ ਨੂੰ ਜਾਣਿਆ ਅਤੇ ਸਿੱਖੀ ਧਾਰਨ ਕੀਤੀ। ਮਹਾਨ ਕੋਸ਼ ਵਿੱਚ ਭਾਈ ਕਾਨ੍ਹਾ ਸਿੰਘ ਜੀ ਬੇਬੇ ਨਾਨਕੀ ਦੇ ਸਿਰਲੇਖ ਹੇਠਾਂ ਲਿਖਦੇ ਹਨ, ਉਹ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਵਾਲੀ ਸਭ ਤੋਂ ਪਹਿਲੀ ਸੀ। ਗੱਲ ਬਿਲਕੁਲ ਠੀਕ ਹੈ। ਬੇਬੇ ਨਾਨਕੀ ਨੇ ਗੁਰੂ ਨਾਨਕ ਦੇਵ ਜੀ ਨੂੰ ਵੀਰ ਕਰਕੇ ਨਹੀਂ, ਪੀਰ ਕਰਕੇ ਜਾਣਿਆ। ਇਤਿਹਾਸਿਕ ਗਵਾਹੀ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਮੋਦੀ ਦਾ ਕੰਮ ਸੰਭਾਲਣ ਲਈ ਸੁਲਤਾਨਪੁਰ ਗਏ ਤਾਂ ਬੇਬੇ ਜੀ ਪੈਰਾਂ ਤੇ ਟਹਿ ਪਈ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਬੇਬੇ ਜੀ, ਤੂੰ ਵੱਡੀ ਹੈ, ਮੈਂ ਤੇਰੇ ਪੈਰਾਂ ਤੇ ਪਵਾਂ ਕਿ ਤੂੰ? ਤਾਂ ਸ਼ਰਧਾ ਵਿੱਚ ਭਿੱਜੀ ਭੈਣ ਨੇ ਕਿਹਾ ਸੀ, ਭਾਈ ਜੀ, ਤੂੰ ਸੱਚ ਆਖਦਾ ਹੈ, ਪਰ ਜੇ ਤੂੰ ਆਦਮੀ ਹੋਵੇ ਤਾਂ? ਤੂੰ ਤਾਂ ਮੈਨੂੰ ਪਰਮੇਸ਼ਵਰ ਨਜ਼ਰ ਆਉਂਦਾ ਹੈ। ਬੇਬੇ ਨਾਨਕੀ ਨੇ ਮਾਤਾ ਤ੍ਰਿਪਤਾ ਨੂੰ ਵੀ ਕਹਿ ਦਿੱਤਾ ਸੀ ਕਿ ਵੀਰ ਨੂੰ ਪੁੱਤਰ ਕਰਕੇ ਨਾ ਜਾਣੀ ਅਤੇ ਪਿਤਾ ਕਾਲੂ ਜੀ ਨੂੰ ਪੂਰੇ ਤੀਆਂ ਵਾਲੇ ਮਾਣ ਨਾਲ ਕਿਹਾ ਸੀ, ਨਾਨਕ ਕੋਈ ਇਸ ਜਗਤ ਦਾ ਜੀਵ ਨਹੀਂ, ਫਕੀਰ ਦੋਸਤ ਹੈ। ਗੁਰੂ ਨਾਨਕ ਦੇਵ ਜੀ ਵੀ ਭੈਣ ਦੇ ਹਰ ਹੁੰਗਾਰੇ ਤੇ ਹਾਂ ਕਰ ਦਿੰਦੇ ਸਨ। ਉਹ ਕਿਹਾ ਕਰਦੇ, ਬੇਬੇ ਜੀ, ਤੂੰ ਆਖੇਂਗੀ ਸੋ ਮੈਂ ਮੰਨਾਂਗਾ। ਤੂੰ ਮੇਰੀ ਵੱਡੀ ਭੈਣ ਹੈ। ਫਿਰ ਜਦ ਗੁਰੂ ਨਾਨਕ ਦੇਵ ਜੀ ਜਗਤ ਜਲੰਧੇ ਨੂੰ ਠੰਡ ਪਾਉਣ ਸੁਲਤਾਨਪੁਰ ਤੋਂ ਟੁਰੇ ਤਾਂ ਭੈਣ ਨਾਨਕੀ ਜੀ ਕੋਲੋਂ 1 ਰੁਪਈਆ ਲੈ ਕੇ ਫਿਰੰਦੇ ਪਾਸੋਂ ਰਬਾਬ ਬਣਵਾ ਕੇ ਭਾਈ ਮਰਦਾਨਾ ਜੀ ਨੂੰ ਦਿੱਤੀ, ਤਾਂ ਕਿ ਭੈਣ ਦੀ ਮਿੱਠੀ ਯਾਦ ਸਦਾ ਨਾਲ ਰਹੇ। ਟੁਰਨ ਵੇਲੇ ਗੁਰੂ ਨਾਨਕ ਦੇਵ ਜੀ ਨੇ ਫਰਮਾਉਂਦੇ ਸੀ, ਬੇਬੇ ਜੀ, ਤੁਸੀਂ ਖਾਤਰ ਜਮਾ ਰੱਖੋ, ਜਿਤ ਵੇਲੇ ਤੁਸੀਂ ਯਾਦ ਕਰੋਗੇ, ਤਿਤ ਵੇਲੇ ਤੁਸਾਂ ਪਾਸ ਆਏ ਹਾਜ਼ਰ ਹੋਸਾਂ। ਬੇਬੇ ਨਾਨਕੀ ਦਾ ਰੋਲ ਉਸ ਵਕਤ ਹੋਰ ਸਪਸ਼ਟ ਹੋ ਜਾਂਦਾ ਹੈ ਜਦ ਵੀਰ ਲਈ ਉਸ ਨੂੰ ਕਈ ਮਿਹਣੇ ਤਾਣੇ ਵੀ ਸਹਾਰਨੇ ਪੈਂਦੇ ਹਨ, ਪਰ ਮਜਾਲ ਹੈ ਕਿ ਉਨ੍ਹਾਂ ਸਾਹਮਣੇ ਕੋਈ ਗੁਰੂ ਨਿੰਦਿਆ ਕਰ ਸਕੇ। ਸੁਲਤਾਨਪੁਰ ਮੋਦੀ ਦਾ ਕੰਮ ਕਰਦੇ ਜਦੋਂ ਵੀਰ ਨੂੰ ਕੁਝ ਸਾਲ ਹੋ ਗਏ ਤਾਂ ਇੱਕ ਵਾਰੀ ਗੁਰੂ ਮਹਾਰਾਜ ਦੀ ਸੱਸ ਬੀਬੀ ਚੰਦੋ ਨੇ ਆ ਕੇ ਖੂਬ ਜੱਲਿਆ ਕੱਟਿਆ ਸੁਣਾਇਆ
ਅਤੇ ਉਹ ਇੱਥੋਂ ਤੱਕ ਆ ਗਈ ਕਿ ਉਸ ਦੀ ਧੀ ਸੁਲੱਖਣੀ ਦਾ ਰੱਤਾ ਵੀ ਕੱਪੜੇ ਲੱਤੇ ਦਾ ਖਿਆਲ ਨਹੀਂ ਰੱਖਿਆ ਜਾਂਦਾ। ਉਹ ਵੀ ਆਪਣੇ ਵੀਰ ਨੂੰ ਸਮਝਾਏ। ਜਦੋਂ ਉੱਤਰ ਬੇਬੇ ਨਾਨਕੀ ਨੇ ਚੰਦੋ ਨੂੰ ਦਿੱਤਾ, ਉਸ ਤੋਂ ਉਹਨਾਂ ਦਾ ਵੀਰ ਪਿਆਰ ਤਾਂ ਢੁਲਕਾ ਮਾਰਦਾ ਹੀ ਹੈ, ਪਰ ਨਾਲ ਹੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਦੀ ਇੱਕ ਹੋਰ ਨਿਰਾਲੀ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ। ਬੇਬੇ ਨਾਨਕੀ ਜੀ ਨੇ ਕਿਹਾ, ਸੁਣ ਮਾਸੀ ਜੀ, ਮੈਂ ਭਰਾਓ ਤਾਈ ਕੀ ਸਮਝਾਵਾਂ। ਭਰਾਓ ਮੇਰਾ ਚੋਰ ਨਹੀਂ, ਯਾਰ ਨਹੀਂ, ਜੁਆਰੀ ਨਹੀਂ, ਕੋਈ ਬੁਰਾ ਕੰਮ ਨਹੀਂ ਕਰਦਾ। ਮੈਂ ਉਸਨੂੰ ਕੀ ਸਮਝਾਵਾਂ। ਉਹ ਦਾਨ ਪੁੰਨ ਕਰਦਾ ਹੈ, ਨੰਗੇ ਭੁੱਖਾਂ ਨੂੰ ਦਿੰਦਾ ਹੈ ਤੇ ਆਪਣੀ ਖੱਟੀ ਕਮਾਈ ਵਿੱਚੋਂ। ਮੈਂ ਕੀ ਸਮਝਾਵਾਂ। ਆਪਣੀ ਕਮਾਈ ਵਿੱਚੋਂ ਪਾਵੇ, ਜੋ ਕਰੇ ਸੋ ਕਰੇ। ਮਾਸੀ, ਤੁਸੀਂ ਉਲਾਮੇ ਤਾਂ ਦਵੋ ਜੇ ਤੁਹਾਡੀ ਧੀ ਨੰਗੀ ਭੁੱਖੀ ਰਹਿੰਦੀ ਹੋਵੇ। ਤੁਸੀਂ ਤਾਂ ਆਖੋ, ਸਾਡੇ ਮੂੰਹੇ ਸੁਆਦ ਨਹੀਂ ਦੇਂਦੀ ਕਿ ਅਸੀਂ ਇਸ ਨੂੰ ਮੂੰਹੇ ਕੁਝ ਆਖੀਏ। ਤੂੰ ਸੁਣ ਮਾਸੀ, ਗਹਿਣੇ ਦੀ ਜਾਏ ਰਹਿਣ ਦੇ, ਕੱਪੜੇ ਦੀ ਜਾਏ ਕੱਪੜਾ ਹੈ, ਅੰਨ ਦੀ ਜਾਏ ਅੰਨ ਹੈ, ਅਤੇ ਅਸਤਿਤ ਦੀ ਅਸਤੀ ਕਰਦੀ ਰਹਿੰਦੀ ਹਾਂ, ਤਦ ਭਾਬੀ ਬਿਨਾਂ ਮੈਂ ਇਸ ਮੂੰਹੇ ਕਦੇ ਨਹੀਂ ਸੱਦਿਆ ਨਹੀਂ। ਔਰਤ ਦਾ ਰੋਲ ਤਾਂ ਉਸ ਵਕਤ ਵੀ ਸਪਸ਼ਟ ਹੋ ਜਾਂਦਾ ਹੈ ਜਦ ਕਿ ਔਰਤ ਭਾਵੇਂ ਉਹ ਭੈਣ ਹੈ, ਪਰ ਦੂਜੀ ਔਰਤ ਨੂੰ ਭਾਵੇਂ ਉਹ ਭਰਾ ਦੀ ਸੱਸ ਹੈ, ਭਾਵ ਕਿਵੇਂ ਸਮਝਾਉਂਦੀ ਹੈ। ਭਰਾ ਦਾ ਪਿਆਰ ਭੈਣ ਲਈ ਅਨੋਖਾ ਹੀ ਸੀ। ਜਦ ਗੁਰੂ ਨਾਨਕ ਦੇਵ ਜੀ ਨੇ ਭਾਈ ਜੈ ਰਾਮ ਜੀ ਨੂੰ ਕਿਹਾ, ਜੀਜਾ ਜੀ, ਕੁਝ ਕਿਰਤ ਹੋਵੇ ਤਾਂ ਭਲਾ ਹੋਏ। ਇਹ ਸੁਣਦੇ ਸਾਰ ਪਿਆਰ ਰਤੀ ਭੈਣ ਨੇ ਕਿਹਾ, ਵੀਰ, ਤੂੰ ਪਰਮੇਸ਼ਰ ਦਾ ਰੂਪ ਹੈ। ਜਿਹਾ ਰੁੱਖ ਔਲਣਾ ਟੱਕਰ ਹੈ, ਤੇਹਾ ਬੈਠ ਖਾਏ। ਤੂੰ ਇਹਨਾਂ ਜੰਜਾਲਾਂ ਵਿੱਚ ਨਾ ਪਓ, ਤੂੰ ਇਹਨਾਂ ਜੰਜਾਲਾਂ ਲਾਇਕ ਨਹੀਂ। ਗੁਰੂ ਨਾਨਕ ਦੇਵ ਜੀ ਨੇ ਮੋੜ ਵੀ ਗੱਲ ਕਰਦੇ ਕਿਹਾ, ਬੇਬੇ ਜੀ, ਕਿਰਤ ਕਰੇ ਖਾਈਏ ਤਾਂ ਦੇਹੀ ਪਰਵਤ ਹੋਏ। ਇਸ ਤਰ੍ਹਾਂ ਭੈਣ ਨੂੰ ਜੋ ਸਮਝਾਇਆ, ਭੈਣ ਨੇ ਵੀ ਅੱਗੋਂ ਪੂਰਾ ਮਾਣ ਰੱਖਿਆ। ਭਾਈ ਜੈ ਰਾਮ ਨੇ ਜਦ ਨਾਨਕ ਨੂੰ ਕਿਹਾ, ਤੂੰ ਨਾਨਕ ਦੀ ਭੈਣ ਹੈ, ਤੇਰੇ ਵਿੱਚ ਉਸਦਾ ਅੰਸ਼ ਹੈ। ਤੂੰ ਤਨ ਹੈ, ਪਰ ਥੋੜ੍ਹਾ ਥੋੜ੍ਹਾ ਅਸੀਂ ਵੀ ਤਨ ਹਾਂ, ਜਿਨ੍ਹਾਂ ਦਾ ਸੰਬੰਧ ਸਾਡੇ ਨਾਲ ਹੋਇਆ ਹੈ। ਨਾਨਕੀ ਦਾ ਕਿਤਨਾ ਪ੍ਰਭਾਵ ਨੇੜੇ ਹੋਏ ਤੋਂ ਪੈਂਦਾ ਸੀ। ਸੁਲੱਖਣੀ ਦੇ ਰੂਪ ਵਿੱਚ ਪਤਨੀ ਦਾ ਕਰਤੱਵ ਵੀ ਵੇਖਣ ਵਾਲਾ ਹੈ, ਕਿਉਂਕਿ ਉਹ ਗੁਰੂ ਨਾਨਕ ਸਾਹਿਬ ਦੇ ਪਿੱਛੋਂ ਇੱਕ ਬਹੁਤ ਭਰੀ ਕੰਧ ਵਾਂਗ ਖੜ੍ਹੇ ਸਨ। ਪਹਿਲਾਂ ਤਲਵੰਡੀ ਤੋਂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਜਾਣ ਲੱਗੇ ਤਾਂ ਉਹਨਾਂ ਇੱਕ ਵਾਰ ਕਿਹਾ, ਮੈਨੂੰ ਨਾਲ ਲੈ ਜਾਓ। ਪਰ ਜਦ ਗੁਰੂ ਨਾਨਕ ਦੇਵ ਜੀ ਨੇ ਕਿਹਾ, ਰੋਜ਼ਗਾਰ ਲੱਗੇਗਾ ਤਾਂ ਸਦਾਈ ਲੈਸਾਂ, ਤਾਂ ਰਾਤ ਭਰ ਨਾ ਉਪਸਾਰਾਂ। ਸੁਲਤਾਨਪੁਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਹੱਥ ਖੁੱਲ੍ਹ ਦੇਖ ਕੇ ਕਦੇ ਰੋਕਿਆ ਟੋਕਿਆ ਨਹੀਂ, ਭਾਵੇਂ ਇਰਦ ਗਿਰਦ ਦੇ ਲੋਕੀ ਕਿਤਨਾ ਕੁਝ ਕਹਿੰਦੇ ਹਨ। ਜਦ ਗੁਰੂ ਨਾਨਕ ਸਾਹਿਬ ਜਗਤ ਨੂੰ ਤਾਰਨ ਹਿਤ ਵਿਚਾਰਦੇ ਰਹੇ ਤਾਂ ਜਿਵੇਂ ਬੇਟਿਆਂ ਨੂੰ ਪਾਲਿਆ, ਇਹ ਉਹਨਾਂ ਦੀ ਹੀ ਕਰਤੱਵ ਸੀ। ਇਹੀ ਕਾਰਨ ਲੱਗਦਾ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਉਣ ਲੱਗੇ ਤਾਂ ਸੁਲੱਖਣੀ ਜੀ ਨੇ ਕਿਹਾ, ਆਗਿਆ ਕਰੋ ਕਿ ਮੈਂ ਵੀ ਨਾਲ ਹੀ ਸੁਆਸ ਛੱਡਾਂ। ਉਸ ਵਕਤ ਜੋ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਕਹੇ, ਗੁਰੂ ਬਿਲਾਸ ਪਾਤਸ਼ਾਹੀ 6ਵੀਂ ਵਿੱਚ ਦਰਜ ਕੀਤੇ ਹੋਏ ਹਨ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਤੁਸੀਂ ਜਰਾ ਵੀ ਸੰਸਾ ਨਹੀਂ ਕਰਨਾ, ਤੁਸੀਂ ਆਪਣੀ ਕਰਨੀ ਕਰਤੱਵ ਵਿਹਾਰ ਨਾਲ ਜੀਵਨ ਮੁਕਤੀ ਹੋ। ਸਮਾਂ ਪਾ ਕੇ ਸਵਾਸ ਛੱਡਨੇ, ਤਰਕਰ ਨੂੰ ਪਾਉਣਾ ਹੈ। ਮਹਿਲ ਸੁਲੱਖਣੀ ਬਚਨ ਅਲਾਏ, ਮਹਾਰਾਜ ਮੈਂ ਤੁਮਰੀ ਦਾਸੀ, ਸੋ ਮੋਕੋ ਆਗਿਆ ਕਰ ਅਬਿਨਾਸੀ। ਸ਼੍ਰੀ ਗੁਰੂ ਨਾਨਕ ਐਸ ਉਚਾਰੀ, ਤੁਮ ਹੋ ਮੁਕਤ ਤਾ ਸੰਸ ਵਿਚਾਰੀ। ਸਮਾਂ ਪਾਏ ਜਬ ਸੁਆਸ ਬਿਹਾਵੇ, ਤਜ ਇਹ ਦੇ ਮੁਕਤ ਹੋਏ ਜਾਵੇ। ਮਾਤਾ ਥੀਵੀ ਨੇ ਗੁਰੂ ਸੁਪਤਨੀ ਦੇ ਰੂਪ ਵਿੱਚ ਜਿਵੇਂ ਪੂਰਨੇ ਪਾਏ, ਉਸ ਕਰਤੱਵ ਨੂੰ ਉਚੇਚਾ ਦੇਖਣ ਦੀ ਲੋੜ ਹੈ।
ਇਹ ਨਿਰਾਲੀ ਖੇਡ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੋ ਰਹੀ ਹੈ ਕਿ ਕਿਸੇ ਪਤਨੀ ਬਾਰੇ ਉਚੇਰੀ ਪੌੜੀ ਲਿਖੀ ਗਈ ਹੋਵੇ। ਬਲਵੰਡ ਜੀ ਕਹਿੰਦੇ ਹਨ, ਮਾਤਾ ਥੀਵੀ ਜੀ ਆਪਣੇ ਪਤੀ ਵਾਂਗ ਨੇਕ ਹਨ। ਗੁਰੂ ਅੰਗਦ ਦੇਵ ਜੀ ਤਾਂ ਸਤਸੰਗ ਰੂਪੀ ਲੰਗਰ ਲਗਾ ਕੇ ਨਾਮ ਦੀ ਦੌਲਤ ਵੰਡ ਰਹੇ ਸਨ ਅਤੇ ਥੀਵੀ ਜੀ ਲੰਗਰ ਦੀ ਸੰਭਾਲ ਕਰਦੇ ਹੋਏ ਲੋੜਵੰਦਾਂ ਦੀ ਕੇਵਲ ਲੋੜ ਹੀ ਨਹੀਂ ਪੂਰੀ ਕਰਦੀ, ਸਗੋਂ ਖੁੱਲ੍ਹਾ ਘਿਓ, ਮੈਦਾ ਤੇ ਖੀਰ ਵੰਡੀ ਜਾ ਰਹੇ ਸਨ। ਹਰ ਇੱਕ ਨੂੰ ਘਿਓ ਵਾਲੀ ਖੀਰ ਮਿਲਦੀ ਸੀ। ਜੋ ਵੀ ਤਪਿਆ ਅਤੇ ਸੱਤਿਆ ਆਉਂਦਾ ਸੀ, ਆਪ ਜੀ ਪਾਸ ਆ ਕੇ ਧੀਰਜ ਪਕੜਦਾ ਸੀ। ਵਾਰ ਦੇ ਸ਼ਬਦ ਹਨ, ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪੜਤਾਲੀ, ਲੰਗਰ ਦਲਿਅੰਤ ਵੰਡਿਆ, ਰਸ ਅੰਮ੍ਰਿਤ ਖਿਰ ਕਿਆਲੀ। ਗੁਰਸਿੱਖ ਖਾ ਕੇ ਮੁਖ ਉਜਲੇ, ਮਨਮੁਖ ਥੀਏ ਪਰਾਲੀ। ਥੀਵੀ ਜੀ ਨੇ ਆਪਣੇ ਪੁੱਤਰਾਂ ਨੂੰ ਵੀ ਕਿਹਾ ਹੋਇਆ ਸੀ ਕਿ ਨਿਰਭਾ ਕਿਰਤ ਕਰ ਤੇ ਕਰੋ। ਇਹ ਪੂਜਾ ਦਾ ਮਾਲ ਜ਼ਹਿਰੇ ਕਾਤਲ ਹਨ। ਪਹਿਰ ਰਾਤ ਰਹਿੰਦੀ ਮਾਤਾ ਥੀਵੀ ਜੀ ਉੱਠਦੇ, ਕਰਦੇ ਕੰਮਕਾਜ ਤੋਂ ਵਿਹਲਿਆਂ ਹੋ ਕੇ ਲੰਗਰ ਦੀ ਸੇਵਾ ਵਿੱਚ ਜੁਟ ਜਾਂਦੇ। ਜਦ ਗੁਰਦਾ ਗੱਦੀ ਸੰਭਾਲਣ ਦੀ ਚਰਚਾ ਚੱਲੀ ਅਤੇ ਪੁੱਤਰਾਂ ਨੇ ਆਪਣੇ ਹੱਕ ਜਤਲਾਏ ਤਾਂ ਆਪ ਜੀ ਨੇ ਪੁੱਤਰਾਂ ਨੂੰ ਸਮਝਾਇਆ ਕਿ ਇਹ ਮੇਰੀ ਜਾਂ ਤੇਰੀ ਸਿਫਾਰਿਸ਼ ਦੀ ਗੱਲ ਨਹੀਂ, ਕਿਸੇ ਦੇ ਕੁਝ ਹੱਥ ਨਹੀਂ, ਸਭ ਕੁਝ ਕਰਤਾਰ ਅਧੀਨ ਹੈ। ਦਾਤੂ ਜੀ ਅਤੇ ਦਾਸੂ ਜੀ ਨੇ ਜਦ ਜਿੱਦ ਕਰਕੇ ਆਪ ਜੀ ਨੂੰ ਇੱਕ ਵਾਰੀ ਰਾਹ ਵਿੱਚ ਘੇਰ ਲਿਆ ਤਾਂ ਆਪ ਜੀ ਦੋਵੇਂ ਬੱਚੇ ਲੈ ਕੇ ਉਹਨਾਂ ਪਾਸੋਂ ਪੁੱਜੇ ਅਤੇ ਖਿਮਾ ਦੇਣ ਲਈ ਬੇਨਤੀ ਕੀਤੀ ਅਤੇ ਨਿਮਰ ਭਾਵ ਵਿੱਚ ਫਰਮਾਉਂਦੇ, ਗੁਰੂ ਨਾਨਕ ਦੇ ਘਰ ਦੀ ਵੱਡੀ ਦੌਲਤ ਗਰੀਬੀ ਹੈ। ਦੋਵੇਂ ਬੱਚੇ ਨਾਲ ਲੈ ਕੇ ਆਏ ਹਨ। ਇਹਨਾਂ ਨੇ ਲੋਕਾਂ ਦੇ ਚੁੱਕੇ ਚੁਕਾਏ ਆਪ ਜੀ ਦੇ ਬੇਅਦਬੀ ਕੀਤੀ ਹੈ। ਆਪ ਮਿਹਰ ਕਰੋ, ਭੁੱਲਣ ਹਾਰ ਜਾਣ ਕੇ ਆਪਣੇ ਬੱਚੇ ਸਮਝ ਕੇ ਬਖਸ਼ ਦਿਓ ਇਹਨਾਂ ਨੂੰ। ਕੈਸੀ ਤਾਲੀਮ ਬੱਚਿਆਂ ਨੂੰ ਦਿੰਦੇ ਰਹੇ, ਇਸ ਦੀ ਇੱਕ ਉਦਾਹਰਣ ਮਾਤਾ ਥੀਵੀ ਦੀ ਸਪੁੱਤਰੀ ਬੀਬੀ ਅਮਰੋ ਹੈ। ਬੀਬੀ ਅਮਰੋ ਬਾਰੇ ਸਾਡੇ ਇਤਿਹਾਸ ਨੇ ਲਿਖਿਆ ਹੈ ਕਿ ਜਿਵੇਂ ਭਗਤੀ ਆਪਣਾ ਸਰੀਰ ਧਾਰ ਗੁਰੂ ਪਿਤਾ ਕਰ ਜਨਮੀ ਹੋਵੇ, ਭਗਤੀ ਤਾਰ ਬਪ ਆਪਣੋ ਉਪਜੀ ਸਤਿਗੁਰ ਧਾਮੇ। ਗਲਾ ਅਤ ਸੁਰੀਲਾ, ਕੰਠ ਕੋਕਿਲਾ ਸੀ ਅਤੇ ਬਹੁਤ ਬਾਣੀ ਕੰਠ ਕਰ ਲਈ ਹੋਈ ਸੀ। ਬੀਬੀ ਅਮਰੋ ਦੇ ਮੋਹਰੇ ਬਾਸਰੋਕੇ ਸਨ, ਜਿੱਥੋਂ ਦੇ ਗੁਰੂ ਅਮਰਦਾਸ ਜੀ ਦਾ ਜਲਪਨ ਸਨ। ਗੁਰੂ ਅਮਰਦਾਸ ਜੀ ਨੇ ਸਭ ਤੋਂ ਛੋਟਾ ਭਰਾ ਤਾਈ ਮਾਣਕ ਚੰਦ ਦੇ ਪੁੱਤਰ ਜਾਸੋ ਦੀ ਨਾਲ ਵਿਆਹੇ ਹੋਏ ਸਨ। ਅੰਮ੍ਰਿਤ ਵੇਲੇ ਉੱਠ ਕੇ ਬੀਬੀ ਅਮਰੋ ਜੀ ਸ਼ਬਦ ਬੜੇ ਚਾਅ ਨਾਲ ਪੜ੍ਹਦੇ ਹੁੰਦੇ ਸਨ। ਸ਼ਬਦ ਬਾਣੀ ਨਿਤ ਪੜ੍ਹਨ ਕਰ ਚਾਹੋ ਰੇ। ਇਹ ਸੁਰ ਨਾਲ ਪੜ੍ਹਦੇ ਕਿ ਰਸ ਹੀ ਛਾ ਜਾਂਦਾ। ਮਹਿਮਾ ਪ੍ਰਕਾਸ਼ ਵਾਰਤਕ ਦੇ ਸ਼ਬਦ ਹਨ, ਜਦ ਬ੍ਰਹਮਚਾਰੀ ਬਾਬਾ ਅਮਰਦਾਸ ਜੀ ਦੇ ਘਰ ਬਗੈਰ ਅੰਨ ਖਾਧੇ ਹੀ ਚਲਾ ਗਿਆ ਤਾਂ ਉੱਪਰ ਸੇ ਰਾਤ ਪੜੀ। ਕੁਛ ਪ੍ਰਸਾਦ ਨਾ किया और ना रात को सोए। बीबी अमरो गुरु अंगद जी की बेटी श्री अमरदास जी की भतीजी जस्सू को ब्याह थी। जब पहर रात थी, बीबी अमरो नित स्नान करके बाणी का पाठ करते थे। कर का पंदा हाथों सो करते थे। जब बीबी अमरो बाणी पढ़न लगी तब साहिब बैठ थे और बड़ी चितवनी में थे। तब साहिब ने सुने ऐ शब्द सी, कहनी कागत मन समामनी, बुरा भला दुख लेख पाए। ज्यों ज्यों किरत चले त्यों त्यों चले, त्यों गुण नाही अंत करे। चित चित से की नाही वावरी। हर बिस्वत तेरे गुण गलिया रहो, जल रन जल दिन हुआ जेती कड़
ਕੜੀ ਫਾਹੇ ਤੇਤੀ ਰਸ ਰਸ ਚੋਗਾ ਚੁਗਾਈ ਨਿਤ ਫਾਸਿਓ ਛੂਟਸ ਮੂੜੇ ਕਵਲ ਗੁਣੀ ਕਾਇਆ ਅਰੁਣ ਮਨ ਵਿੱਚ ਲੋਹਾ ਪੰਜ ਅਗੰਤਤ ਲਾਹੇ ਰਾਹੀ ਕੋਲਿਆ ਪਾਪ ਪੜੇ ਤਿਸ ਉਪਰ ਮਨ ਜਲਿਆ ਸਨੀ ਚਿੰਤ ਪਾਈ ਪਾਇਆ ਮੁਨਰ ਕੰਚਨ ਫਿਰ ਹੋਵੇ ਜੋ ਕੁਰ ਮਿਲੇ ਤਨੇਹਾ ਏਕੋ ਨਾਮ ਅੰਮ੍ਰਿਤ ਓ ਦੇਵੇ ਤਿਉ ਨਾਨਕ ਤਿਰਸਾਓ ਦੋਹਾ। ਸ਼ਬਦ ਸੁਣ ਕਰ ਮਨ ਨਿਰਮਲ ਹੋਏ। ਜੋ ਸ਼ਬਦ ਵਿੱਚ ਦਰਸਾਇਆ ਸੀ ਇਹੀ ਮਨੋਦਸ਼ਾ ਬਾਬਾ ਅਮਰਦਾਸ ਜੀ ਦੀ ਸੀ। ਫਿਰ ਸ਼ਬਦ ਪੜ੍ਹਨ ਵਾਲੀ ਗੁਰੂ ਬੇਟੀ, ਦੂਜੇ ਗੁਰਬਾਣੀ, ਤੀਜੇ ਅੰਮ੍ਰਿਤ ਵੇਲਾ, ਚੌਥਾ ਸੁਣਨ ਵਾਲੇ ਦੀ ਸ਼ਰਧਾ ਅਤੇ ਪੰਜਵੀਂ ਬੀਬੀ ਅਮਰੋ ਦੀ ਮਧੁਰ ਕੰਠ। ਇਹ ਸੀ ਬੀਬੀ ਅਮਰੋ ਦੀ ਅੰਮ੍ਰਿਤ ਵੇਲੇ ਉੱਠਣ ਅਤੇ ਬਾਣੀ ਪੜ੍ਹਨ ਦੀ ਬਰਕਤ ਕਿ ਬਾਬਾ ਅਮਰਦਾਸ ਜੀ ਖਡਾਰੂ ਸੇਵਾ ਵਿੱਚ ਲੱਗੇ। ਗੁਰੂ ਅਮਰਦਾਸ ਜੀ ਹੋ ਨਿਤ ਨੀਣੀਆਂ ਦੇ ਤਾਣ ਨਿਆਸਰਿਆਂ ਦੇ ਆਸਰੇ ਕਹਿਲਾਏ। ਨਿਤਾਣਿਆਂ ਦੇ ਤਾਣ ਨਿਆਸਰਿਆਂ ਦੇ ਆਸਰੇ ਕਹਿਲਾਏ। ਬੇਟੀ ਦਾ ਰੋਲ ਵੀ ਇੱਕ ਅਨੋਖਾ ਰੋਲ ਹੈ। ਬੀਬੀ ਭਾਨੀ ਜੀ ਦੀ ਪਿਤਾ ਸ਼ਰਧਾ, ਪ੍ਰੇਮ ਤੇ ਸੇਵਾ ਦੀ ਮਿਸਾਲ ਮਿਲਦੀ ਮੁਸ਼ਕਿਲ ਹੈ। ਇਹ ਬੀਬੀ ਭਾਨੀ ਜੀ ਹੀ ਸਨ ਜਿਨ੍ਹਾਂ ਆਪਣੀ ਨਿਸ਼ਕਾਮ ਸੇਵਾ ਰਾਹੀਂ ਪਿਤਾ ਗੁਰੂ ਅਮਰਦਾਸ ਜੀ ਨੂੰ ਰਿਝਾਇਆ। ਇਹ ਵੀ ਭਾਨੀ ਜੀ ਹੀ ਸਨ ਜਿਨ੍ਹਾਂ ਮਿਥਿਹਾਸ ਨੂੰ ਇਤਿਹਾਸ ਬਣਾ ਕੇ ਦੱਸਿਆ। ਜੇ ਮਿਥਿਹਾਸਿਕ ਸਤੀ ਸਵਿਤਰੀ ਨੇ ਆਪਣੇ ਹੱਠ ਨਾਲ ਆਪਣੇ ਪਤੀ ਨੂੰ ਯਮਾਂ ਦੀ ਫਾਹੀ ਤੋਂ ਬਚਾਇਆ ਸੀ ਤਾਂ ਇਸੇ ਬੀਬੀ ਭਾਨੀ ਨੇ ਭਾਣੇ ਵਿੱਚ ਟਿਕ ਕੇ ਆਪਣੇ ਸਿਰ ਦੇ ਸਾਈਂ ਜਗਤ ਦੇ ਰਾਖੇ ਗੁਰੂ ਰਾਮਦਾਸ ਜੀ ਨੂੰ ਗੁਰੂ ਪਿਤਾ ਕੋਲੋਂ ਵਰ ਲੈ ਕੇ ਨਾ ਸਿਰਫ ਉਮਰ ਦੇ ਸਾਲ ਹੀ ਵਧਵਾਏ ਸਗੋਂ ਨਿਹਚਲ ਰਾਜ ਜਗਤ ਤੋਂ ਲਿਆਉਣ ਦਾ ਕਾਰਨ ਬਣੀ। ਸਾਖੀ ਆਉਂਦੀ ਹੈ ਕਿ ਇੱਕ ਦਿਨ ਨਨਾਣ ਭਰਜਾਈ ਬੀਬੀ ਭਾਣੀ ਤੇ ਬੀਬੀ ਆਤਮਾ ਦੇਵੀ ਮੋਹਰੀ ਚੰਦ ਦੇ ਘਰੋਂ ਬੈਠੇ ਹੋਏ ਸਨ ਕਿ ਗੁਰੂ ਅਮਰਦਾਸ ਜੀ ਨੇ ਦੂਰੋਂ ਹੀ ਆਵਾਜ਼ ਦਿੱਤੀ, ਧੀਏ ਭਾਨੀਏ, ਜੋ ਸਾਈਂ ਦੀ ਰਜ਼ਾ ਵਰਤੇ ਅਤੇ ਰਾਮਦਾਸ ਗੁਜ਼ਰ ਗਏ ਤਾਂ ਸੱਚ ਦੱਸੀ ਬੇਟਾ ਤੂੰ ਕੀ ਕਰੇ। ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਉਸ ਵਕਤ ਔਰਤ ਕੇਵਲ ਮਰਦ ਦੀ ਗੁਲਾਮ ਸੀ। ਮਰਦ ਕੇਵਲ ਉਸ ਨੂੰ ਆਪਣੇ ਪੈਰ ਦੀ ਜੁੱਤੀ ਸਮਝਦਾ ਸੀ। ਚਾਹੇ ਗੁਰੂ ਘਰ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਸੀ, ਪਰ ਸਾਈਂ ਦਾ ਗੁਜ਼ਰਨਾ ਇੱਕ ਅਭਿਸ਼ਾਪ ਹੀ ਸਮਝਿਆ ਜਾਂਦਾ ਸੀ। ਪਰ ਇੱਥੇ ਬੀਬੀ ਭਾਨੀ ਦਾ ਰੋਲ ਔਰਤ ਹੋਣ ਦੇ ਨਾਤੇ ਹੋਰ ਵੀ ਨਿਖਰ ਕੇ ਸਾਹਮਣੇ ਆਉਂਦਾ ਹੈ। ਪਿਤਾ ਦੇ ਮੂੰਹੇ ਇਸ ਤਰ੍ਹਾਂ ਦੇ ਵਾਕ ਸੁਣ ਕੇ ਕੋਈ ਵੈਣ ਪਾਣੇ ਸ਼ੁਰੂ ਨਹੀਂ ਕਰ ਦਿੱਤੇ, ਸਗੋਂ ਰਜ਼ਾ ਮੰਨਣ ਵਾਲੀ ਅਡੋਲ ਰਹੀ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਰਾਮਦਾਸ ਅਬ ਤਨ ਪਰ ਹਰੇ, ਕਹੋ ਪ੍ਰਤਿਗਿਆ ਤਾਬੀ ਤੂੰ ਕਰੇ। ਰਜ਼ਾ ਦੀ ਮੂਰਤ ਬੀਬੀ ਭਾਨੀ ਜੀ ਨੇ ਸਿਰ ਝੁਕਾ ਦਿੱਤਾ ਅਤੇ ਸੁਹਾਗ ਦੀ ਨਿਸ਼ਾਨੀ ਨੱਥ ਗੁਰੂ ਚਰਨਾਂ ਤੇ ਰੱਖ ਦਿੱਤੀ। ਗੁਰੂ ਅਮਰਦਾਸ ਜੀ ਨੇ ਫਰਮਾਇਆ, ਪਾ ਲੈ ਬੱਚੀ ਪਾ ਲੈ, ਤਾਂ ਬੀਬੀ ਭਾਨੀ ਜੀ ਨੇ ਨਿਮਰਤਾ ਨਾਲ ਕਿਹਾ, ਲੁਹਾਈ ਵੀ ਆਪ ਜੋ ਹੁਣ ਪਾਓ ਵੀ ਆਪ। ਗੁਰੂ ਅਮਰਦਾਸ ਜੀ ਨੇ ਉਸੇ ਵੇਲੇ ਬਖਸ਼ਿਸ਼ ਦੇ ਕੇ ਘਰ ਆ ਕੇ ਫਰਮਾਇਆ, ਜਾ ਬੱਚੀਏ, ਸਾਈਂ ਸ਼ਰਮ ਰੱਖੇਗਾ। ਆਪਣੀ ਰਹਿੰਦੀ ਆਯੂ ਗੁਰੂ ਰਾਮਦਾਸ ਜੀ ਨੂੰ ਦਿੱਤੀ ਅਤੇ ਕਿਹਾ, ਪਰਲੋਕ ਸਿਧਾਰ ਰਿਹਾ ਹਾਂ। ਆਪਣਾ ਅਰਬਲਾ ਆਪ ਮੈਂ ਦੋਵੇ, ਹਿਤ ਪਰਲੋਕ ਗਮਨ ਸੁਭਾ ਲੋਵੇ। ਬੀਬੀ ਭਾਨੀ ਜੀ ਨੇ ਮਾਂ ਰੂਪ ਵਿੱਚ ਜੋ ਅਸੀਸ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਤੇ ਪੰਜਵੇਂ ਪਾਤਸ਼ਾਹ ਨੇ ਗੁਜਰੀ ਰਾਗ ਵਿੱਚ ਆਪਣੇ ਸ਼ਬਦਾਂ ਵਿੱਚ ਅੰਕਿਤ ਕਰਕੇ ਬਖਸ਼ਿਸ਼ ਕੀਤੀ, ਉਹ ਸ਼ਬਦ ਹਰ ਹਿਰਦੇ ਤੇ ਉਕਰ ਦੇਣੇ ਚਾਹੀਦੇ ਹਨ ਤਾਂ ਕਿ ਕੋਈ ਬੱਚਾ ਸੰਸਾਰ ਸਾਗਰ ਵਿੱਚ ਰੁਲ ਗੋਤੇ ਨਾ ਖਾਏ ਅਤੇ ਕਿਨਾਰਾ ਪਾ ਲਵੇ। ਅਸੀਸਾਂ ਦਿੰਦੇ ਮਾਂ ਭਾਨੀ ਜੀ ਨੇ ਕਿਹਾ, ਹੇ ਪੁੱਤਰ, ਤੈਨੂੰ ਮਾਂ ਦੀ ਹੀ ਇਹ ਅਸੀਸ ਹੈ ਕਿ ਤੈਨੂੰ ਪਰਮਾਤਮਾ ਅੱਖ ਚਮਕਣ
ਜਿੰਨੇ ਸਮੇਂ ਲਈ ਵੀ ਨਾ ਭੁੱਲੇ, ਸਦਾ ਨਾਮ ਜਪਦਾ ਰਵੇ। पूता माता की आसीस, निमक न बिसरो तुमको हर हर, सदा भजो जगदीश। फिर फरमाया, सतगुर तुमको होए दयाला, सत्संगत तेरी प्रीत। कापड़ पते परमेसर राखे, भोजन कीर्तन नीत। ਮਾਤਾ ਜੀ ਨੇ ਅਸੀਸਾਂ ਦੇ ਭੰਡਾਰ ਬਖਸ਼ਦੇ ਹੋਏ ਕਿਹਾ, ਪੁੱਤਰ, ਨਾਮ ਜੋ ਜੀਵਨ ਦਿੰਦਾ ਹੈ, ਉਹ ਸਦਾ ਪੀਂਦੇ ਰਹੋ, ਸਦਾ ਅਮੋਘ ਆਨੰਦ ਬਣਿਆ ਰਹੇ। ਆਤਮਿਕ ਖੁਸ਼ੀਆਂ ਕੋਲ ਰਹਿਣ ਦਾ ਸੁਭਾਅ ਅਸਾਂ ਪੂਰੀਆਂ ਰਹਿੰਦੀਆਂ ਹਨ। ਪੁੱਤਰ, ਜਦ ਆਤਮਿਕ ਆਨੰਦ ਕੋਲ ਹੋਵੇ, ਦਿਨਤਾ ਕਦੇ ਵੀ ਆਪਣੇ ਜ਼ੋਰ ਨਹੀਂ ਪਾਉਂਦੀ। ਇਹ ਮਾਤਾ ਪਾਣੀ ਦੀ ਅਸੀਸ ਹੈ ਜੋ ਅੱਜ ਹਰ ਬੱਚੇ ਨੂੰ ਦੇਣ ਦੀ ਲੋੜ ਹੈ। ਮਾਤਾ ਗੰਗਾ ਜੀ ਦਾ ਰੋਲ ਵੀ ਘੱਟ ਨਹੀਂ। ਉਹਨਾਂ ਅਜਿਹੇ ਸੂਰਬੀਰ ਨੂੰ ਜਨਮ ਦਿੱਤਾ ਜਿਸ ਨੇ ਇਤਿਹਾਸ ਵਿੱਚ ਮੁਗਲਾਂ ਦੇ ਖਿਲਾਫ ਲੋਹਾ ਲਿਆ। ਪੀਰੀ ਦੇ ਨਾਲ ਮੀਰੀ ਦੀ ਤਲਵਾਰ ਪਹਿਨੀ ਅਤੇ ਚਲਾਈ। ਗੁਰੂ ਹਰਗੋਬਿੰਦ ਜੀ ਦੀ ਸੁਪਤਨੀ ਤੇ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਜੀ ਵਰਗੇ ਤੇਗ ਦੇ ਧਨੀ ਪੈਦਾ ਕੀਤੇ। ਮਾਤਾ ਗੁਜਰੀ ਜੀ ਉਹ ਪੂਜਨੀਕ ਮਾਤਾ ਹਨ ਜਿਨ੍ਹਾਂ ਨੇ ਆਪਣੇ ਪਤੀ ਦੀ ਤਪੱਸਿਆ ਦੇ ਦੌਰਾਨ ਦੁਨਿਆਵੀ ਸੁੱਖ ਤਿਆਗ ਕੇ ਸੇਵਾ ਕੀਤੀ। ਸ਼ਹੀਦ ਦੀ ਪਤਨੀ, ਸ਼ਹੀਦ ਦੀ ਮਾਤਾ, ਸ਼ਹੀਦ ਪੋਤਰਿਆਂ ਦੀ ਦਾਦੀ, ਮਾਤਾ ਗੁਜਰੀ ਜੀ ਪਹਿਲੀ ਸਿੱਖ ਇਸਤਰੀ ਸ਼ਹੀਦ ਹੋਈ ਹੈ ਜਿਸ ਨੇ ਠੰਡੇ ਬੁਰਜ ਵਿੱਚ ਕੈਦੀ ਬਣ ਕੇ ਵਜੀਦ ਖਾਨ ਦੇ ਤਸੀਹੇ ਸਹਿ ਕੇ ਸ਼ਹਾਦਤ ਪਾਈ। ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਾ ਦੋਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਲ ਸਨ। ਮਾਤਾ ਸਾਹਿਬਾ ਦੋਵੇਂ ਜੀ ਨੇ ਅੰਮ੍ਰਿਤ ਵਿੱਚ ਮਿਠਾਸ ਘੋਲ ਕੇ ਖਾਲਸੇ ਦੀ ਮਾਤਾ ਕਰਾਉਣ ਦਾ ਮਾਣ ਹਾਸਲ ਕੀਤਾ। ਗੁਰੂ ਬਿਲਾਸ ਪਾਤਸ਼ਾਹੀ 10ਵੀਂ ਕ੍ਰਿਤ ਕੋਇਰ ਸਿੰਘ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜਦ ਅੰਮ੍ਰਿਤ ਪਏ ਤਿਆਰ ਕਰਦੇ ਸਨ ਤਾਂ ਉਹਨਾਂ ਦੇ ਚਿਹਰੇ ਦਾ ਜਲਾਲ ਝਲੋਇਆ ਨਹੀਂ ਸੀ ਜਾਂਦਾ। ਭਾਈ ਕਿਰਪਾ ਰਾਮ ਜੋ ਗੁਰੂ ਤੇਗ ਬਹਾਦਰ ਪਾਸ ਕਸ਼ਮੀਰੀ ਪੰਡਿਤ ਨਾਲ ਫਰਿਆਦ ਕਰਨ ਆਇਆ ਸੀ, ਉੱਥੇ ਹਾਜ਼ਰ ਸੀ। ਕੌਤਕ ਦੇ ਕੇ ਮਾਤਾ ਜੀ ਪਾਸੋਂ ਗਿਆ ਤੇ ਸਾਰੀ ਵਾਰਤਾ ਸੁਣਾਈ। ਮਾਤਾ ਜੀ ਨੇ ਉਸ ਸਮੇਂ ਪਤਾਸੇ ਪੱਲੇ ਬੰਨੇ ਤੇ ਅੰਮ੍ਰਿਤ ਤਿਆਰ ਹੁੰਦੇ ਵਿੱਚ ਆ ਪਏ। ਮਹਾਰਾਜ ਨੇ ਮਾਤਾ ਨੂੰ ਨਾ ਰੋਕਿਆ ਅਤੇ ਨਾ ਟੋਕਿਆ, ਸਗੋਂ ਉਸ ਸਮੇਂ ਕਿਹਾ, ਪੱਲੋ ਪਿਆ ਤੂੰ ਚੱਲ ਕਰ ਆਈ। ਤਾਤਾ ਮਾਤਾ ਦੀ ਅੰਸ ਖਾਲਸਾ ਹੋਇਆ। ਸਾਰੀ ਸੰਗਤ ਵੀ ਕਹਿਣ ਲੱਗੀ ਕਿ ਮਾਂ ਨੇ ਫਰਜ਼ ਨੂੰ ਪਹਿਚਾਣਿਆ ਹੈ। पन ही पन कहे सब ही जन माता को उपकार गनाई, जलथल में जोत बिरजात मात के, याही कथा सुन के चित जाई। पूरन में कहा उन ना तो योसो, असल खेल क्यों हराई। माता सुंदरी जी ने गुरु गोबिंद सिंह जी तो बाद सिख कौम दी कई वरे सफल अगवाई ਕੀਤੀ। ਤਦ ਖਾਲਸੇ ਦੀ ਬੰਦਾਈ, ਖਾਲਸੇ ਦੇ ਝਗੜੇ ਦਾ ਫੈਸਲਾ ਨਿਪਟਾਇਆ। ਆਪ ਪਹਿਲੀ ਇਸਤਰੀ ਹਨ ਜਿਨ੍ਹਾਂ ਨੇ ਖਾਲਸੇ ਨੂੰ ਹੁਕਮਨਾਮੇ ਜਾਰੀ ਕਰਨ ਦੀ ਲੋੜੀਂਦਾ ਰਹਿਨੁਮਾਈ ਦਿੱਤੀ। ਆਪ ਨੇ ਸੰਕਟ ਸਮੇਂ ਜਿਵੇਂ ਵਿੱਚ ਪੈ ਕੇ ਕੌਮ ਨੂੰ ਬਚਾਇਆ, ਉਹ ਆਪ ਜੀ ਦੇ ਹੀ ਹਿੱਸੇ ਆਇਆ ਹੈ। ਮਾਤਾ ਜੀ ਨੂੰ ਜਦ ਭਾਈ ਮਨੀ ਸਿੰਘ ਜੀ ਨੇ ਲਿਖਿਆ ਕਿ ਦੇਸ਼ ਵਿੱਚ ਖਾਲਸੇ ਦਾ ਬਲ ਛੁੱਟ ਗਿਆ ਹੈ, ਸਿੰਘ ਪਰਬਤਾਂ ਬਨਾਂ ਵਿੱਚ ਜਾਂਦੇ ਬਸੇ ਹਨ, ਮਲੇਸ਼ ਕੀ ਦੇਸ਼ ਮੈਂ ਦੇਹੀ ਹੈ, ਬਸਤੀ ਬਾਲਕ ਜਵਾਂ ਇਸਤਰੀ ਸਲਾਮਤ ਨਹੀਂ, ਮੁੱਚ ਕਰ ਮਰਦੇ ਹਨ। ਗੁਰੂ ਦਰੋਹੀ ਵੀ ਉਹਨਾਂ ਦੇ ਸੰਗ ਮਿਲ ਗਏ ਹਨ, ਹਿੰਦ ਲਈ ਮਿਲ ਕਰ ਸੁਖਬੀਰ ਕਰਦੇ ਹਨ, ਮੂਤਸਦੀ ਭਾਗ ਗਏ ਹਨ। ਤਾਂ ਉਸ ਸਮੇਂ ਕੌਮ ਦੇ ਨਾਂ ਹੁਕਮਨਾਮੇ ਲਿਖ ਕੇ ਸਾਰੇ ਹਿੰਦੁਸਤਾਨ ਦੇ ਸਿੱਖਾਂ ਨੂੰ ਮਦਦ ਲਈ। ਇੱਕ ਹੁਕਮਨਾਮੇ ਵਿੱਚ ਲਿਖਿਆ ਕਿ ਹੁਣ ਨਾ
ਮੈਨੂੰ ਤੇ ਨਾ ਕਿਸੇ ਹੋਰ ਥਾਂ ਦਸਵੰਧ ਭੇਜਣ ਦੀ ਲੋੜ ਹੈ। ਸਿੱਧਾ ਦਰਬਾਰ ਸਾਹਿਬ ਭੇਜੋ। ਦਿਨਾਂ ਵਿੱਚ ਹੀ ਦਰਬਾਰ ਸਾਹਿਬ ਰੌਣਕਾਂ ਹੋ ਗਈਆਂ। ਸਿੱਖ ਇਤਿਹਾਸ ਵਿੱਚ ਇਸਤਰੀ ਦਾ ਇੱਕ ਅਨੋਖਾ ਰੋਲ ਹੈ। ਜੋ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਦੀਦਾਰ ਦੇਖਿਆ ਤਾਂ ਔਰਤ ਦੌਲਤਾਂ ਦਾਈ ਨੇ ਹੀ ਕੀਤਾ। ਪਹਿਲਾ ਸਿੱਖ ਕਹੀਏ ਤਾਂ ਬੇਬੀ ਨਾਨਕੀ, ਜੇ ਪਹਿਲੀ ਸੇਵਾ ਪੰਥੀ ਕਹੀਏ ਤਾਂ ਮਾਤਾ ਥੀਵੀ, ਜੇ ਪਹਿਲੀ ਸ਼ਹੀਦ ਕਹੀਏ ਤਾਂ ਮਾਤਾ ਗੁਜਰੀ, ਪਹਿਲੀ ਕੌਮੀ ਆਗੂ ਕਹੀਏ ਤਾਂ ਮਾਤਾ ਸੁੰਦਰੀ, ਜੇ ਪਹਿਲੀ ਤਿਆਗਣ ਕਹੀਏ ਤਾਂ ਮਾਤਾ ਸੁਲੱਖਣੀ ਜੀ, ਜੋ ਗ੍ਰਹਿਮਤ ਜੀਵਨ ਪਾਉਣ ਤੋਂ ਬਾਅਦ ਵੀ ਉਦਾਸੀ ਸਮੇਂ ਘਰ ਨੂੰ ਸੰਭਾਲ ਬੈਠੀ ਰਹੀ। ਚੰਗੀ ਸਿੱਖਿਆ ਦੇਣ ਵਾਲੀ ਕਹੀਏ ਤਾਂ ਬੀਬੀ ਪਾਨੀ, ਜੇ ਜਰਨੈਲ ਕਹੀਏ ਤਾਂ ਰਾਣੀ ਸਦਾ ਕੌਰ। ਗੱਲ ਕੀ ਸਿੱਖ ਧਰਮ ਵਿੱਚ ਔਰਤ ਹੀ ਹੈ ਜੋ ਹਰ ਪੱਖ ਵਿੱਚ ਇੱਕ ਨਿਵੇਕਲਾ ਤੇ ਪਹਿਲਾ ਸਥਾਨ ਬਣ ਕੇ ਬੈਠੀ ਹੋਈ ਹੈ। ਪਹਿਲੀ ਪੀੜ ਔਰਤ ਨੂੰ ਹੀ ਸਹਾਰਨੀ ਪੈਂਦੀ ਹੈ ਜਦ ਕੌਮ ਤੇ ਜ਼ੁਲਮ ਹੋਵੇ ਜਾਂ ਸਾਕਾ ਵਾਪਰੇ। ਇਤਿਹਾਸ ਨੂੰ ਮੋੜ ਦੇਣ ਵਾਲੀ ਤਾਂ ਨਾ ਲੱਭੀਏ ਤਾਂ ਉਹ ਮਾਈ ਭਾਗੋ ਹੈ। ਜੇ ਮਾਈ ਭਾਗੋ ਬੇਦੀਵਾਲ ਸਿੰਘਾਂ ਨੂੰ ਵਾਪਸ ਲੈ ਕੇ ਕਮਾਂਡ ਕਰਦੀ ਹੋਈ ਖਿਦਰਾਣੇ ਦੀ ਟਾਪ ਦੇ ਜੰਗ ਨਾ ਕਰਦੀ ਤਾਂ ਸੰਭਵ ਹੈ ਕਿ ਖਾਲਸੇ ਦਾ ਇਤਿਹਾਸ ਅੱਜ ਨਾਲੋਂ ਵੱਖਰਾ ਹੁੰਦਾ। ਮਾਈ ਭਾਗੋ ਦੀ ਕਮਾਂਡ ਕਰਦੀ ਵੇਖ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਅਨੋਖੀ ਤਸੱਲੀ ਹੋਈ ਕਿ ਹੁਣ ਖਾਲਸਾ ਪੰਥ ਨੂੰ ਕੋਈ ਖਤਰਾ ਨਹੀਂ। ਜਿਸ ਕੌਮ ਵਿੱਚ ਔਰਤ ਰੱਖਿਆ ਕਰਨ ਦਾ ਕਾਬਿਲ ਹੋ ਜਾਣ, ਉਹ ਕੌਮ ਕਦੇ ਮਰ ਨਹੀਂ ਸਕਦੀ। ਗੁਰੂ ਬਿਲਾਸ ਪਾਤਸ਼ਾਹੀ 10ਵੀਂ ਵਿੱਚ ਇੱਕ ਬੜੀ ਰੋਚਕ ਸਾਖੀ ਭਾਈ ਰੂਪਾ ਜੀ ਦੀ ਬੇਟੀ ਦੀ ਲਿਖੀ ਹੋਈ ਹੈ ਕਿ ਕਿਸੇ ਸੂਝ ਦੀ ਉਹ ਮਾਲਕ ਸੀ। ਭਾਈ ਸਾਧੂ ਦੇ ਰੂਪਾ ਜੀ ਨੇ ਇੱਕ ਸਮੇਂ ਪਿਆਰ ਦੀ ਖੇਡ ਖੇਡੀ ਸੀ ਕਿ ਉਹ ਤਾਂ ਹੀ ਜਲ ਪੀਣਗੇ ਜੇ ਗੁਰੂ ਹਰਗੋਬਿੰਦ ਜੀ ਠੰਡਾ ਛਾਗਲ ਦਾ ਜਲ ਸੇਵਨ ਕਰਨ। 6ਵੇਂ ਪਾਤਸ਼ਾਹ ਨੇ ਆ ਜਲ ਪੀਤਾ ਤੇ ਬਖਸ਼ਿਸ਼ਾਂ ਕੀਤੀਆਂ। ਭਾਈ ਰੂਪਾ ਜੀ ਜਦ ਵੀ ਕਿਸੇ ਨੂੰ ਜਲ ਪਿਲਾਂਦੇ ਸੀਤਲ ਜਲ ਹੀ ਪਿਲਾਂਦੇ। ਇੱਕ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਜਲ ਪੀਣ ਦੀ ਇੱਛਾ ਪ੍ਰਗਟਾਈ ਤਾਂ ਆਪ ਜੀ ਨੇ ਠੰਡੀ ਜਲ ਲਿਆ ਕੇ ਪੇਸ਼ ਕੀਤਾ। ਮਹਾਰਾਜ ਨੇ ਪ੍ਰਸੰਨ ਹੋ ਕੇ ਭਾਈ ਰੂਪਾ ਜੀ ਨੂੰ ਕਿਹਾ ਕਿ ਕੁਝ ਮੰਗੋ ਤਾਂ ਭਾਈ ਜੀ ਨੇ ਕਿਹਾ, ਇਤਨੀ ਆਗਿਆ ਦਿਓ ਕਿ ਮੈਂ ਦੋਸਤਾਂ ਸੰਬੰਧੀਆਂ ਕੋਲੋਂ ਪੁੱਛ ਆਵਾਂ। ਕੋਇਰ ਸਿੰਘ ਦੇ ਸ਼ਬਦਾਂ ਵਿੱਚ ਪਹਿਲਾਂ ਭਾਈ ਰੂਪਾ ਨੇ ਦੋਸਤਾਂ ਕੋਲੋਂ ਪੁੱਛਿਆ ਕਿ ਗੁਰੂ ਪ੍ਰਸੰਨ ਹੋਏ ਹਨ, ਕੀ ਮੰਗਾਂ? ਤਾਂ ਉਹਨਾਂ ਨੇ ਕਿਹਾ ਕਿ ਫੌਜਾਂ ਮੰਗ, ਤਾਂ ਕਿ ਤੇਰਾ ਦੱਬਾ ਹੋਵੇ। ਭਰਾਵਾਂ ਨੇ ਕਿਹਾ ਕਿ ਮੰਗਣਾ ਹੀ ਹੈ ਤਾਂ ਜ਼ਮੀਨਾਂ ਮੰਗ, ਤਾਂ ਕਿ ਸਭ ਆਨੰਦ ਮਾਣੀਏ। ਘਰਵਾਲੀ ਨੇ ਕਿਹਾ, ਪੁੱਤਰ ਨੂੰ ਗਹਿਣਾ ਮੰਗ। ਪਰ ਜਦ ਬੇਟੀ ਨੂੰ ਪੁੱਛਿਆ ਤੇ ਉਸ ਕਿਹਾ, ਪਿਤਾ ਜੀ ਮੰਗਣਾ ਤਾਂ ਇਹ ਮੰਗਣਾ ਕਿ ਜੋ ਘਰ ਆਵੇ ਰਾਜੀ ਜਾਵੇ, ਅਸੀਂ ਸੇਵਾ ਕਰਦੇ ਰਹੀਏ ਤੇ ਕੋਈ ਦੁਖੀ ਨਾ ਹੋਵੇ। ਤਾਂ ਕਹਿਓ ਪਤ ਇਹ ਬਰ ਆਛੀ, ਜੋ ਆਵੇ ਸੋ ਤ੍ਰਿਪਤ ਸੋ ਸਾਫੀ। ਸਭ ਹੀ ਸੇਵਾ ਮੈਂ ਬਣਾਵਾਂ, ਹਮ ਤੇ ਦੁਖੀ ਨ ਕੋਏ ਜਾਵਾਂ। ਬਾਬਾ ਆਲਾ ਸਿੰਘ ਬਾਨੀ ਪਟਿਆਲੇ ਦੇ ਘਰੋਂ ਮਾਈ ਫੱਤੋ ਦਾ ਰੋਲ ਵੀ ਨਵੇਕਲਾ ਹੈ। ਸਭ ਇਤਿਹਾਸਕਾਰ ਇੱਕ ਜ਼ਬਾਨ ਹਨ ਕਿ ਰਾਣੀ ਸਦਾ ਕੌਰ ਹਿੰਦੁਸਤਾਨ ਦੀਆਂ ਮਾਈਨੌਰ ਔਰਤਾਂ ਵਿੱਚ ਸਰਬ ਉੱਚਾ ਦਰਜਾ ਹੈ। ਉਸ ਦੀ ਹਸਤੀ ਸਿੱਖ ਇਤਿਹਾਸ ਵਿੱਚ ਆਮ ਕਰਕੇ ਅਤੇ ਮਹਾਰਾਜਾ ਰਣਜੀਤ ਸਿੰਘ ਕਾਲ ਵਿੱਚ ਖਾਸ ਕਰਕੇ ਯਾਦਗਾਰ ਜ਼ਮਾਨਾ ਹੈ। ਲਗਾਤਾਰ 33 ਸਾਲ ਤੱਕ ਪੰਜਾਬ ਦੀ ਸੇਵਾ ਕੀਤੀ। ਪੰਜਾਬ ਦੇ ਸਿਆਸੀ ਗਗਨ ਦੇ ਉੱਚੇ ਕਮਾਲ ਦੇਖੇ ਕਿ ਮਨੁੱਖ ਹੈਰਾਨ ਰਹਿ ਜਾਂਦਾ ਹੈ ਕਿ ਇਸ ਦਾ ਅਮੁੱਕ ਦੇਸ਼ ਪਿਆਰ, ਇਸ ਦੀ ਪ੍ਰਬੰਧਕ ਸ਼ਕਤੀ,
ਇਸ ਦੇ ਮੈਦਾਨੇ ਜੰਗ ਵਿੱਚ ਨਿਡਰਤਾ ਤੇ ਬੀਰਤਾ ਆਪਣੀ ਨਜ਼ੀਰ ਆਪ ਹੈ। ਖਾਲਸਾ ਰਾਜ ਦੀ ਉਸਾਰੀ ਸਮੇਂ ਇਹ ਸਭ ਤੋਂ ਮੋਹਰੇ ਰਹਿੰਦੀ ਰਹੀ। ਇਸ ਨੇ ਆਪਣੀ ਸਾਰੀ ਸ਼ਕਤੀ, ਰਸੂਖ ਅਤੇ ਯੋਗਤਾ ਮਹਾਰਾਜਾ ਰਣਜੀਤ ਸਿੰਘ ਦੇ ਕਾਮਯਾਬ ਕਰਨ ਲਈ ਵਰਤੀ। ਸਿੱਖ ਰਾਜ ਦੀ ਉਸਾਰੀ ਵਿੱਚ ਇਸ ਨੇ ਮੀਰ ਇਮਾਰਤ ਦਾ ਕੰਮ ਕੀਤਾ। ਲੈਪਲ ਗਰੀਫਨ ਦਾ ਕਹਿਣਾ ਹੈ ਕਿ ਮਾਈ ਸਦਾ ਕੌਰ ਇਸਤਰੀ ਸ਼੍ਰੇਣੀ ਵਿੱਚ ਅਦੁੱਤੀ ਬਹਾਦਰ ਅਤੇ ਅਸਾਧਾਰਨ ਯੋਗਤਾ ਦੀ ਮਾਲਕ ਸੀ। ਇਸ ਇਤਿਹਾਸਿਕ ਸੱਚਾਈ ਹੈ ਕਿ ਰਾਣੀ ਸਦਾ ਕੌਰ ਹੀ ਅਗਵਾਈ ਅਤੇ ਸਹਾਇਤਾ ਨਾ ਹੁੰਦੀ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਸ਼ੁਕਰਚਾਰਿਆਂ ਦਾ ਇਲਾਕਾ ਉਸ ਦੇ ਦੀਵਾਨ ਨੇ ਨਹੀਂ ਨਾਪ ਲੈਣਾ ਸੀ। ਫਿਰ ਸ਼ਾਹ ਜਮਾਨ ਨੇ ਸ਼ਾਹੀ ਕਿਲੇ ਲਾਹੌਰ ਵਿੱਚ ਬੈਠਿਆਂ ਫੜ ਮਾਰੀ ਕਿ ਕਿੱਥੇ ਹੈ ਸਿੱਖਾਂ ਦੀ ਬਹਾਦਰੀ ਜੋ ਮੇਰੇ ਘੋੜਿਆਂ ਦੇ ਸੁਮਾਂ ਦੀ ਆਵਾਜ਼ ਸੁਣ ਕੇ ਹੀ ਨੱਸ ਗਈ ਹੈ, ਜਾਂ ਸਰਦਾਰਨੀ ਸਦਾ ਕੌਰ ਨੇ ਹੀ ਇੰਪੀਰੀਅਲ ਰਿਗਾਰਡਜ਼ ਫੌਰਨ ਡਿਪਾਰਟਮੈਂਟ ਦੇ ਲਿਖੇ ਅਨੁਸਾਰ ਸਿੱਖ ਸਰਦਾਰਾਂ ਨੂੰ ਵੰਗਾਰ ਪਾਈ ਕਿ ਸ਼ਾਹ ਜਮਾਨੇ ਦੇ ਟਾਕਰੇ ਲਈ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਦੇ ਨਿਕਲੇਣ। ਜੇ ਉਨ੍ਹਾਂ ਵਿੱਚ ਸੰਕੋਚ ਹੈ ਤਾਂ ਮਰਦਾਨੇ ਕੱਪੜੇ ਉਤਾਰ ਸੁੱਟਣ ਅਤੇ ਜ਼ਨਾਨਾ ਪਹਿਨ ਕਰ ਬੈਠਣ। ਉਹ ਆਪ ਮਰਦਾਵੇਂ ਭੇਸ ਵਿੱਚ ਦੁਸ਼ਮਣ ਵਿਰੋਧ ਲੜੇਗੀ। ਉਹ ਆਪ ਥੋੜਾ ਸਵਾਰ ਹੋ ਰਣਜੀਤ ਸਿੰਘ ਨਾਲ ਲਾਹੌਰ ਗਈ ਤੇ ਸੁਮਨ ਬੁਰਜ ਵਿੱਚ ਹੇਠਾਂ ਮਹਾਰਾਜਾ ਸ਼ਾਹ ਜਮਾਨ ਨੂੰ ਵੰਗਾਰ ਪਾਈ। ਸੋਹਣ ਲਾਲ ਸੂਰੀ ਦਾ ਕਹਿਣਾ ਹੈ ਕਿ ਵੰਗਾਰ ਦੇ ਸ਼ਬਦ ਹਨ: ਆਓ ਅਬਦਾਲੀ ਦੇ ਪੋਤਰੇ, ਤੈਨੂੰ ਚੱਤੜ ਸਿੰਘ ਦਾ ਪੋਤਰਾ ਪੁਕਾਰਦਾ ਏ। ਅਗਲੇ ਸਾਲ ਫਿਰ ਆਪਣੀ ਮਿਸਲ ਕਨ੍ਹੱਈਆ ਦੀ ਅਗਵਾਈ ਕਰਦੇ ਦਿੱਲੀ ਦੇ ਦਰਵਾਜ਼ੇ ਰਾਹੀਂ ਪੁੱਜਾ ਸੀ ਤੇ ਸਰਦਾਰਨੀ ਸਦਾ ਕੌਰ ਦੀ ਵਿਉਂਤ ਮੁਤਾਬਕ ਹੀ ਬੈਗਰ ਖੂਨ ਖਰਾਬੇ ਦੇ ਸ਼ਾਹੀ ਕਿਲੇ ਤੇ ਕਬਜ਼ਾ ਹੋਇਆ। ਸ੍ਰੀ ਅੰਮ੍ਰਿਤਸਰ ਵਿੱਚ ਸਰਦਾਰਨੀ ਸਦਾ ਕੌਰ ਦੀ ਸਿਆਣਪ ਸਦਕਾ ਬੇਗਾਰ ਖੂਨ ਦਾ ਤੁਪਕਾ ਵਗਾਏ ਹੱਥ ਆਇਆ। ਸਰਦਾਰਨੀ ਸਦਾ ਕੌਰ ਸਦਾ ਤਤਪਰ ਰਹਿਣ ਵਾਲੀ ਬੀਰ ਔਰਤ ਸੀ। ਜਦ ਹਰਕਾਰੇ ਨੇ ਬਟਾਲੇ ਖ਼ਬਰ ਦਿੱਤੀ ਕਿ ਉਨ੍ਹਾਂ ਦਾ ਪਤੀ ਸਰਦਾਰ ਗੁਰਬਖਸ਼ ਸਿੰਘ ਉੱਚੇ ਦੀ ਲੜਾਈ ਵਿੱਚ ਮੈਦਾਨ ਜੰਗ ਵਿੱਚ ਅੰਦਰ ਹੀ ਚੜ੍ਹਾਈ ਕਰ ਗਿਆ ਹੈ, ਤਾਂ ਸੋਗੀ ਹੋਣ ਦੀ ਥਾਂ ਉਸ ਸਮੇਂ ਘੋੜੇ ਤੇ ਸਵਾਰ ਹੋ ਮੈਦਾਨ ਜੰਗ ਵਿੱਚ ਪੁੱਜੀ ਅਤੇ ਪਤੀ ਦੇ ਸਭ ਸ਼ਸਤਰ ਆਪ ਪਹਿਨ ਲਏ ਤੇ ਕਨ੍ਹੱਈਆ ਮਿਸਲ ਦੀ ਅਗਵਾਈ ਆਪ ਸੰਭਾਲ ਲਈ। ਸਿਆਣਪ ਨਾਲ ਨਿੱਤ ਵਾਦ ਵਿਵਾਦ ਨੂੰ ਮੂਲ ਮੁਕਾਉਣ ਲਈ ਆਪਣੀ ਲੜਕੀ ਮਹਿਤਾਬ ਕੌਰ ਦਾ ਰਿਸ਼ਤਾ ਸਰਦਾਰ ਮਹਾਂ ਸਿੰਘ ਦੇ ਲੜਕੇ ਰਣਜੀਤ ਸਿੰਘ ਨਾਲ ਕਰ ਦਿੱਤਾ। ਜਦ ਸ਼ੁਕਰਾਚਾਰਿਆਂ ਦੇ ਮੁਖੀ ਸਰਦਾਰ ਮਹਾਂ ਸਿੰਘ ਦੀ ਪਰ ਜਵਾਨੀ ਦੀ ਉਮਰ ਵਿੱਚ ਚੜ੍ਹਾਈ ਕਰ ਗਏ ਤਾਂ ਇਸ ਦੇ ਬਾਲਗ ਰਣਜੀਤ ਸਿੰਘ ਨੂੰ ਅਮਲੀ ਤੌਰ ਤੇ ਪਾਲਿਆ ਪੋਸਿਆ ਜਵਾਨ ਕੀਤਾ ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਪਦਵੀ ਤੱਕ ਪਹੁੰਚਾਇਆ। ਉਸਨੂੰ ਵੱਡੇ ਵੱਡੇ ਨਾਮਵਰ ਜਰਨੈਲ ਦੇ ਮੋਢੇ ਨਾਲ ਮੋਢਾ ਲਗਾ ਮੈਦਾਨ ਵਿੱਚ ਜੂਝਣਾ ਸਰਦਾਰਨੀ ਸਦਾ ਕੌਰ ਨੇ ਹੀ ਸਿਖਾਇਆ ਸੀ। ਰਾਜ ਦਾ ਪ੍ਰਬੰਧ ਇਸ ਖੂਬੀ ਨਾਲ ਕਰਦਿਆਂ ਸੀ ਕਿ ਵੱਡੇ ਵੱਡੇ ਰਸ਼ਕ ਖਾਂਦੇ ਸਨ। ਹੋਰ ਸਿੰਘਣੀਆਂ ਦੇ ਉਦਾਹਰਣ ਵੀ ਮਿਲਦੇ ਹਨ ਜਿਨ੍ਹਾਂ ਆਪਣੇ ਰੋਲ ਬੜੇ ਸੋਹਣੇ ਢੰਗ ਨਾਲ ਨਿਭਾਏ। ਸਿੰਘਣੀਆਂ ਵੀ ਮੋਢੇ ਨਾਲ ਮੋਢਾ ਢਾ ਕੇ ਨਾਲ ਜੂਝਦੀਆਂ, ਹੱਸ-ਹੱਸ ਹਰ ਸਮਾਗਮ ਵਿੱਚ ਹਿੱਸਾ ਪਾਉਂਦੀਆਂ। ਵਿਲੀਅਮ ਫਰੈਂਕਨਲ ਦੇ ਸ਼ਬਦਾਂ ਵਿੱਚ ਕੀਤੀਆਂ ਹੀ ਅਜਿਹੀਆਂ ਉਦਾਹਰਣਾਂ ਹਨ ਕਿ ਜਦ ਸਿੱਖ ਬੀਬੀਆਂ ਨੇ ਹਥਿਆਰ ਚੁੱਕੇ ਇਲਾਕੇ ਦੇ ਦੁਸ਼ਮਣਾਂ ਦੇ ਕੁਝ ਹਮਲਿਆਂ ਤੋਂ ਰੱਖਿਆ ਕੀਤੀ ਅਤੇ ਜੰਗ ਵੇਲੇ ਨਿਰਾਲੀ ਜੁਗਤ ਦਾ ਪ੍ਰਗਟਾਵਾ ਕੀਤਾ। ਭਾਈ ਤਾਰੂ ਸਿੰਘ ਜੀ ਦੀ ਮਹਾਨ ਸ਼ਹੀਦੀ ਦੇ ਪ੍ਰਸੰਗ ਵਿੱਚ ਉਨ੍ਹਾਂ ਦੀ ਭੈਣ ਤੇ
ਮਾਤਾ ਦਾ ਕਰਤੱਵ ਓਲੇ ਹੀ ਹੋ ਗਿਆ। ਸਾਡੇ ਇਤਿਹਾਸ ਨੇ ਲਿਖਿਆ ਹੈ ਕਿ ਨਿਰੰਜਨਲੀ ਨੇ ਜ਼ਕਰੀਆ ਖਾਨ ਪਾਸੋਂ शिकायत ही ए कीती सी कि है उसके एक पैण और माई पीस कटू व करो कमाई। जो दिन रात ਚੱਕੀ ਪੀ ਚਲਾ ਬਾਲ ਲੰਗਰ ਤਿਆਰ ਰੱਖਦੀਆਂ ਹਨ, ਇਤਨੀਆਂ ਦ੍ਰਿੜ ਇਰਾਦੇ ਦੀਆਂ ਹਨ ਇਹ ਮਾਵਾਂ ਧੀਆਂ ਕਿ ਸ਼ਬਦ ਚੌਕੀ ਗੁਰ ਆਪਣੇ ਕੇ ਕਰੋ, ਸੋ ਮਰਨੇ ਤੇ ਨੈਕ ਨਾ ਡਰੋ। ਸਭ ਤੋਂ ਵੱਡੀ ਗੱਲ ਗੰਗਾ ਜਮਨਾ निकट न जावे, अपने गुर की छपाई नावे। जुगन्नाथ के को टूंडा आखे, राम किशन को जाप न पाखे। मां धी ਨੂੰ ਪਕੜੇ ਜਾਣ ਤੇ ਲਾਹੌਰ ਵਾਸਨਿਕਾਂ ਨੇ ਲੱਖ ਲੱਖ ਰੁਪਇਆ ਤਿਆਰ ਛੁਡਾਇਆ। ਭਾਈ ਰਤਨ ਸਿੰਘ ਪੰਗੂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਬਿਰਤਾਂਤ ਲਿਖ ਕੇ ਜੋ ਉਨ੍ਹਾਂ ਦੀ ਮਾਂ ਬਾਰੇ ਲਿਖਿਆ, ਉਹ ਹਰ ਇੱਕ ਮਾਂ ਤੇ ਢੁਕਵਾਂ ਹੈ ਅਤੇ ਉਚੇਰੇ ਧਿਆਨ ਤੇ ਪੜ੍ਹਨਾ ਚਾਹੀਦਾ ਹੈ। ਜਦ ਪਿੰਡ ਦਾ ਗਰੀਬ ਕੀਰਤੀ ਭਾਈ ਦਿਆਲ ਸਿੰਘ ਗੁਜ਼ਰ ਗਿਆ ਤਾਂ ਉਸ ਦੀ ਸਿੰਘਣੀ ਨੇ ਆਪਣੇ ਯਤੀਮ ਬੱਚੇ ਦੀ ਇਸ ਸ਼ਾਨਦਾਰ ਢੰਗ ਨਾਲ ਪਾਲਣ ਪੋਸਣਾ ਕੀਤੀ ਕਿ ਉਹ ਸੁਲਤਾਨ ਉਸ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੋ ਨਿਬੜਿਆ। ਮਾਂ ਨੂੰ ਗੁਰਬਾਣੀ ਕੰਠ ਕਨੇਰੀ ਸੀ। ਪੋਥੀ ਉਹ ਗਾਤਰੇ ਰੱਖਦੀ। ਰੋਜ਼ ਨਿਸੰਗ ਹੋ ਕੇ ਸਿੱਖ ਸੰਗਤਾਂ ਤੇ ਸੱਜੇ ਦੀਵਾਨ ਜਾਂਦੀ। ਅੰਮ੍ਰਿਤ ਵੇਲੇ ਕਦੇ ਖੁੰਝਿਆ ਨਹੀਂ ਸੀ। ਸ਼ਾਮ ਨੂੰ ਸੌਂਦਰ ਜ਼ਰੂਰ ਪੜ੍ਹਦੀ। ਕੀਰਤਨ ਵੀ ਬੜੇ ਸੁਧਰੇ ਦੁਤਰੇ ਨਾਲ ਕਰਦੀ। ਸੰਗਤਾਂ ਬੜੇ ਚਾਅ ਨਾਲ ਸੁਣਦੀਆਂ। ਜਿਸ ਜਥੇ ਨੇ ਬੁਲਾਇਆ ਕਦੇ ਨਾ ਕੀਤੀ। ਪੈਂਡਾ ਕਰਕੇ ਵੀ ਪੁੱਜਦੀ। ਜਾਂ ਖਾਲਸੇ ਲਾਏ ਦੀਵਾਨਾ, ਜੈਕਰ ਸ਼ਬਦ ਚੌਕੀ ਗਾਨਾ। ਕਿਤਨੀ ਕੁਰਬਾਨੀ ਭਰੀ ਹੋਈ ਸੀ ਸਿੰਘਣੀਆਂ ਵਿੱਚ ਕਿ ਜਦ ਆਪ ਜੀ ਨੇ ਵਿਸਾਖੀ ਵਾਲੇ ਦਿਨ ਜੱਸਾ ਸਿੰਘ ਨੂੰ ਨਾਲ ਬਿਠਲਾ ਸ੍ਰੀ ਅੰਮ੍ਰਿਤਸਰ ਸਾਹਿਬ ਕੀਰਤਨ ਕੀਤਾ ਤਾਂ ਸਾਰੇ ਸੁਗੰਧ ਹੋਏ। ਨਵਾਬ ਕਪੂਰ ਸਿੰਘ ਜੀ ਨੇ ਬੱਚੇ ਨੂੰ ਕੋਲ ਸੱਦਿਆ ਤੇ ਮਾਂ ਕੋਲ ਬਾਲ ਜੱਸਾ ਸਿੰਘ ਪੰਥ ਲਾਏ ਮੰਗਿਆ। ਇੱਕੋ ਇੱਕ ਬੱਚਾ ਮਾਂ ਦੇ ਚਾਅ ਨਾਲ ਹਵਾਲੇ ਕਰ ਦਿੱਤਾ। ਮਾਤਾ ਵੀ ਉਸ ਹੋਈ ਖੁਸ਼, ਦਿੰਨੀ ਪਾ ਫੜਿਆ। ਮਾਤਾਵਾਂ ਦੇ ਗਲ ਵਿੱਚ ਉਨ੍ਹਾਂ ਦੇ ਮਾਸੂਮ ਬੱਚਿਆਂ ਦੇ ਟੋਟੇ ਕਰਕੇ ਹਾਰ ਪਾਏ ਹਨ, ਪਰ ਮਜਾਲ ਹੈ ਕਿ ਜੇ ਕਿਸੇ ਸੀ ਤੱਕ ਕੀਤੀ ਹੋਵੇ। ਸਵਾ ਮਣ ਪੀਸਣਾ ਤਾਂ ਇੱਕ ਛੋਟੀ ਜਿਹੀ ਗੱਲ ਹੈ। ਪਿੱਛੋਂ ਜਾ ਕੇ ਗ੍ਰਿਫਨ ਨੇ ਵੀ ਇਹੀ ਲਿਖਿਆ ਕਿ ਸਿੱਖ ਔਰਤਾਂ ਸੂਝ ਦੀ ਪ੍ਰਬੰਧਿਕ ਮਾਮਲਿਆਂ ਵਿੱਚ ਮਰਦਾਂ ਨਾਲੋਂ ਘੱਟ ਨਹੀਂ। ਰਾਣੀ ਸਦਾ ਕੌਰ ਦੀ ਸੂਝ ਸਿਆਣਪ ਦਾ ਅਖਾਣ ਹੈ। ਸਰਦਾਰ ਚੜ੍ਹਤ ਸਿੰਘ ਦੇ ਘਰ ਮਾਈ ਦੇਸਾ ਨਿਪੁੰਨ ਪ੍ਰਬੰਧਕ ਦੇ ਚਤੁਰ ਨੀਤੀਵਾਨ ਸੀ। ਭਾਈ ਤਾਰਾ ਸਿੰਘ ਖਹਿਬਾ ਦੀ ਸੁਪਤਨੀ ਮਾਈ ਰਤਨ ਕੌਰ ਦਲੇਰੀ ਦੀ ਮੂਰਤ ਸੀ। ਬਾਬਾ ਆਲਾ ਸਿੰਘ ਦੇ ਘਰ ਫੱਤੋ ਹਰ ਵੇਲੇ ਪਤੀ ਦੀ ਸਹਾਇਕ ਸੀ। ਸੁਲਤਾਨ ਦੇ ਹੌਲੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਦਾਤਾਰ ਕੌਰ ਨੇ ਆਪਣੇ ਜਿੰਮੇ ਰਸਦ ਪਾਣੀ ਪਹੁੰਚਾਉਣ ਦਾ ਜਿੰਮਾ ਲਿਆ। ਮਹਾਰਾਣੀ ਜਿੰਦਾ ਦਾ ਰੋਲ ਉਚੇਚੇ ਧਿਆਨ ਮੰਗਦਾ ਹੈ। ਅੰਗਰੇਜ਼ ਕਹਿੰਦੇ ਹਨ ਕਿ ਇਹ ਹੀ ਮਰਦ ਹੈ ਰਾਣੀ ਜਿੰਦਾ। ਜਿੰਦਾ ਹੀ ਲਾਰਡ ਡਲਹੌਜ਼ੀ ਨੂੰ ਲਿਖ ਸਕਦੀ ਹੈ, ਰੱਖ ਲੈ ਦੋ ਚਾਰ ਨਿਮਕ ਹਰਾਮਾਂ ਨੂੰ ਅਤੇ ਬਾਕੀ ਪੰਜਾਬ ਨੂੰ ਫਾਂਸੀ ਲਗਾ ਦੇ। ਮਹਾਰਾਣੀ ਜਿੰਦਾ ਨੇ ਉਸ ਸਮੇਂ ਤੱਕ ਦਮ ਨਾ ਲਿਆ ਜਦ ਤੱਕ ਮਹਾਰਾਜਾ ਦਲੀਪ ਸਿੰਘ ਨੂੰ ਫਿਰ ਸਿੱਖ ਬਣੇ ਵਿੱਚ ਨਾ ਦੇਖ ਲਿਆ। ਰਹਿਤ ਮਰਿਆਦਾ ਵਿੱਚ ਵੀ ਔਰਤ ਨੂੰ ਬਰਾਬਰ ਦੇ ਅਧਿਕਾਰ ਹੀ ਨਹੀਂ ਦਿੱਤੇ ਗਏ, ਬਲਕਿ ਬੜੀ ਤਾੜਨਾ ਵੀ ਕੀਤੀ। ਗੁਰਕਾ ਸਿੱਖ ਕੰਨਿਆ ਨਾ ਮਾਰੋ, ਕੁੜੀ ਮਾਰ ਨਾਲ ਨਾ ਵਰਤੇ। ਅੰਮ੍ਰਿਤ ਸੰਸਕਾਰ ਦੇ ਸਿਰਲੇਖ ਹੇਠ ਲਿਖਿਆ ਹੈ ਕਿ
हर देश, हर मजहब ते हर एक जाति दी ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ। ਸਭ ਤੋਂ ਵੱਡੀ ਗੱਲ ਇਹ ਲਿਖੀ ਹੈ ਕਿ ਅੰਮ੍ਰਿਤ ਛਕਾਉਣ ਵਾਲੀ ਥਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਘੱਟ ਤੋਂ ਘੱਟ 6 ਬਰਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ਚੋਂ ਇੱਕ ਤੱਬਿਆਂ ਬੈਠ ਕੇ ਬਾਕੀ 5 ਅੰਮ੍ਰਿਤ ਛਕਾਉਣ ਲਈ ਹੋਣ। ਇਹਨਾਂ ਵਿੱਚ ਸਿੰਘਣੀਆਂ ਵੀ ਹੋ ਸਕਦੀਆਂ ਹਨ। ਮੰਜੀਆਂ ਵਿੱਚੋਂ ਇੱਕ ਮੰਜੀ ਪਤੀ ਪਤਨੀ ਅਤੇ 2 ਨਿਰੋਲ ਬੀਬੀਆਂ ਨੂੰ ਹੀ ਦਿੱਤੀਆਂ ਗਈਆਂ ਹਨ। ਜਦ ਗੁਰਦੁਆਰਾ ਐਕਟ ਵਿੱਚ ਬਣਿਆ ਸੀ ਤਾਂ ਸੰਸਾਰ ਭਰ ਵਿੱਚ ਪਹਿਲੀ ਵਾਰ ਵੋਟ ਦਾ ਅਧਿਕਾਰ ਵੀ ਸਿੱਖ ਔਰਤ ਨੂੰ ਮਿਲਿਆ ਸੀ। ਇੱਥੋਂ ਤੱਕ ਕਿ ਭਾਈ ਵੀਰ ਸਿੰਘ ਨੇ ਜਦ ਟੰਡੇ ਮੱਨਾ ਨੂੰ ਖੰਮੀ ਦੇ ਕੇ ਖੜਾ ਕਰਕੇ ਚੜ੍ਹਦੀ ਕਲਾ ਭਰਨੀ ਸੀ ਤਾਂ ਸਭ ਤੋਂ ਪਹਿਲਾਂ ਉਹਨਾਂ ਸੁੰਦਰੀ ਨਾਂ ਦਾ ਚਰਚਿਤ ਲਿਖਿਆ ਤਾਂ ਕਿ ਉਸ ਨੂੰ ਪੜ੍ਹ ਕੇ ਕੌਮ ਵਿੱਚ ਗੌਰਵ ਜਾਗੇ। ਭਾਈ ਵੀਰ ਸਿੰਘ ਜੀ ਨੇ ਆਪਣੀ ਪੁਸਤਕ ਦੇ ਮੱਥੇ ਤੇ ਜੋ ਇਬਾਰਤ ਲਿਖੀ ਉਹ ਉਚੇਚਾ ਧਿਆਨ ਮੰਗਦੀ ਹੈ। ਉਹਨਾਂ ਲਿਖਿਆ, ਧਰਮ ਮੂਰਤ ਸੁੰਦਰ ਕੌਰ ਰਚਿਤ। ਪ੍ਰਸਿੱਧ ਨਾਮ ਸ਼੍ਰੀਮਤੀ ਸੁੰਦਰੀ ਜੀ ਨੂੰ ਦਰਦਨਾਕ ਸਮਾਚਾਰ ਤੇ ਪੁਰਾਤਨ ਖਾਲਸੇ ਜੀ ਦੀ ਤਬਾਹਦਾਰੀ, ਧਰਮ ਪਾਲਣ ਦੇ ਕਰੋੜੇ ਖੇਦਾਂ ਤੋਂ ਹੂਬਹੂ ਨਕਸ਼ੇ। ਫਿਰ ਉਸ ਪਿੱਛੋਂ ਸਤਵੰਤ ਕੌਰ ਲਿਖੀ। ਇਤਨਾ ਅਸਰ ਹੋਇਆ ਇਸ ਸੁੰਦਰੀ ਦਾ। ਇੱਕ ਸਰਦਾਰ ਆਇਆ ਸਿੰਘ ਨੇ ਜਦ ਇੱਕ ਸਿੱਖ ਪਹਿਲਾਂ ਕੁਰਹੀਤੀਆਂ ਚਿਲਮਾਂ ਪੀਂਦਾ ਕੇਸਾਂ ਦੀ ਬੇਦਬੀ ਕਰਦੇ ਡਿੱਠਾ ਤੇ ਕੁਝ ਚਿਰ ਬਾਅਦ ਅੰਮ੍ਰਿਤਧਾਰੀ ਗਾਤਰੇ ਕਿਰਪਾਨ ਤੇ ਧਰਮ ਮੂਰਤ ਤੱਕਿਆ ਤਾਂ ਪੁੱਛ ਹੀ ਬੈਠਾ ਕਿ ਇਤਨੀ ਤਬਦੀਲੀ ਕੈਸੇ ਹੋਈ। ਤਾਂ ਉਸਨੇ ਕਿਹਾ, ਜੀ ਅਸਾਂ ਹੁਣ ਸੁੰਦਰੀ ਪੜ੍ਹ ਲਈ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਵੀ ਇੱਕ ਵਾਰਤਾ ਲਿਖੀ ਹੈ ਕਿ ਬੀਬੀ ਕੁੱਛੜ ਦੁੱਧ ਪੀਂਦਾ ਬੱਚਾ ਲੈ ਕੇ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਜਾ ਰਹੀ ਸੀ ਤਾਂ ਰਾਹ ਰੋਕ ਕਿਸੇ ਹਮਦਰਦੀ ਨੇ ਕਿਹਾ ਕਿ ਉੱਪਰ ਨਾ ਜਾ, ਮੌਤ ਵਰਤਦੀ ਹੈ। ਮਾਈ ਨੇ ਉਸ ਨੂੰ ਟੋਕਦੇ ਕਿਹਾ, ਤੂੰ ਕੀ ਜਾਣੇ ਜ਼ਿੰਦਗੀ ਕਿਸ ਵਿੱਚ ਹੈ? ਸਾਡੀ ਜ਼ਿੰਦਗੀ ਦਰਬਾਰ ਸਾਹਿਬ ਵਿੱਚ ਹੈ। ਫਿਰ ਉਸਨੇ ਕਿਹਾ, ਜੇ ਆਪਣੇ ਨੇ ਤੇ ਤਰਸ ਨਹੀਂ ਤਾਂ ਆਪਣੇ ਮਾਸੂਮ ਤੇ ਕੀ ਰਹਿਮ ਕਰੋ। ਬੀਬੀ ਨੇ ਕਿਹਾ, ਤਰਸ ਕਰਦੀ ਹਾਂ ਤਾਂ ਹੀ ਤਾਂ ਇਸ ਨੂੰ ਲੈ ਕੇ ਆਈ ਹਾਂ। ਇਹ ਬੀਬੀਆਂ ਦੀ ਦ੍ਰਿੜਤਾ ਹੀ ਸੀ ਜੋ ਕੌਮ ਨੂੰ ਕਦੇ ਢੋਲਣ ਨਹੀਂ ਸੀ ਦਿੰਦੀ। ਬਸ ਇਹ ਹੀ ਕਹਿਣਾ ਬਣਦਾ ਹੈ ਕਿ ਔਰਤ ਨੂੰ ਵੀ ਪਦਵੀ ਗੁਰੂ ਜੀ ਨੇ ਬਖਸ਼ੀ। ਇਸ ਮੁਤਾਬਕ ਕਰਤੱਵ ਵੀ ਸਿੱਖ ਔਰਤ ਨੇ ਨਿਭਾ ਕੇ ਆਪਣੀ ਪਦਵੀ ਨੂੰ ਲਾਜ ਨਾ ਲੱਗਣ ਦਿੱਤੀ।